ਵਾਹਿਗੁਰੂ ਸਾਹਿਬ ਜੀਓ। ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ। ਜਿਹ ਸਤਿਗੁਰ ਸਿਮਰੰਤ ਹਿਰਦੈ ਹਰਿ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਤ ਜੀਅ ਕੀ ਤਪਤ ਮਿਟਾਵੈ। ਜਿਹ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ। ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰੋ। ਘਨ ਹਰ ਬੂੰਦ ਬਸੋਰੁ ਮਾਵਲ ਕੁਸਮ ਬਸੰਤ ਗਣੰਤ ਨ ਆਵੈ। ਰਬ ਸਸ ਕਿਰਨ ਉਦਰ ਸਾਗਰ ਕੇ ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨੈ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਮਨ ਆਵੈ। ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਤੀਜਾ। ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ। ਸੁਖ ਸੋਹਿਲੜਾ ਹਰ ਧਿਆਵੋ। ਗੁਰਮੁਖ ਹਰ ਫਲ ਪਾਵਹੁ। ਗੁਰਮੁਖ ਫਲ ਪਾਵਹੁ ਹਰ ਨਾਮ ਧਿਆਵਹੁ। ਜਨਮ ਜਨਮ ਕੇ ਦੁਖ ਨਿਵਾਰੇ। ਸੁਖ ਸੋਹਿਲੜਾ ਹਰ ਧਿਆਵਹੁ। ਗੁਰਮੁਖ ਹਰ ਫਲ ਪਾਵਹੁ। ਗੁਰਮੁਖ ਫਲ ਪਾਵਹੁ ਹਰ ਨਾਮ ਧਿਆਵਹੁ। ਜਨਮ ਜਨਮ ਕੇ ਦੁਖ ਨਿਵਾਰੇ। ਬਲਿਹਾਰੀ ਗੁਰ ਆਪਣੇ ਵਿਟਹੁ।
ਜਿਨ ਕਾਰਜ ਸਭ ਸਵਾਰੇ, ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਸੁਖ ਫਲ ਹਰ ਜਨ ਪਾਵੋ। ਨਾਨਕ ਕਹੈ ਸੁਣੋ ਜਨ ਭਾਈ, ਸੁਖ ਸੋਹਿਲੜਾ ਹਰ ਧਿਆਵੋ। ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਸੁਖ ਫਲ ਹਰ ਜਨ ਪਾਵੋ। ਨਾਨਕ ਕਹੈ ਸੁਣੋ ਜਨ ਭਾਈ, ਸੁਖ ਸੋਹਿਲੜਾ ਹਰ ਧਿਆਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆ ਦੇ ਪਾਤਸ਼ਾਹ, ਗੁਰਤਾ ਗੱਦੀ ਤੇ ਬਿਰਾਜਮਾਨ 10 ਪਾਤਸ਼ਾਹੀਆਂ ਦੇ ਪ੍ਰਤੱਖ ਰੂਪ ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਸਨਮਾਨਯੋਗ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪਸੀ ਆਪ ਜੀ ਭਾਗਸ਼ਾਲੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਰ ਰੋਜ਼ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਜੀ ਦੇ ਦਰੋਂ ਘਰੋਂ ਜੋ ਸ੍ਰੀ ਮੁਖ ਵਾਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਉਸ ਦੀ ਵਿਚਾਰ ਵਾਸਤੇ ਆਪਾਂ ਇਸ ਅਸਥਾਨ ਤੇ ਦੂਰ ਦਰੇਡੇ ਦੇਸ਼ ਵਿਦੇਸ਼ ਵਿੱਚ ਸਾਧਨਾ ਦੇ ਰਾਹੀਂ ਗੁਰੂ ਸ਼ਬਦ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਤਿਗੁਰੂ ਕਿਰਪਾ ਕਰਨ ਸਮੇਂ ਦੀ ਸਫਲਤਾ ਪ੍ਰਾਪਤ ਹੋਵੇ। ਸੋ ਅੱਜ ਦਾ ਜੋ ਉਪਦੇਸ਼ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਸਤਿਗੁਰਾਂ ਦੇ ਸਰੂਪ ਉੱਪਰ 767 68 ਅੰਗ ਉੱਪਰ ਰਾਗ ਸੂਹੀ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਸ਼ੰਤ ਹਨ 4, ਜਿਸ ਵਿੱਚ ਅਕਾਲ ਪੁਰਖ ਦੇ ਦਰੋਂ ਘਰੋਂ ਪ੍ਰਾਪਤੀ ਬਖਸ਼ਿਸ਼ ਲੈਣ ਵਾਸਤੇ ਉਪਰਾਲੇ ਉਹ ਮਹਾਰਾਜ ਨੇ ਉਪਦੇਸ਼ ਦਿੱਤਾ ਹੈ ਕਿ ਕਿਹੜੇ ਤਰੀਕੇ ਦੇ ਨਾਲ ਅਕਾਲ ਪੁਰਖ ਦੇ ਘਰ ਵਿੱਚ ਪ੍ਰਵਾਨਗੀ ਹੁੰਦੀ ਹੈ, ਉਹਦੇ ਦਰ ਦੇ ਉੱਤੇ ਮਨੁੱਖ ਐਂਟਰੀ ਕਰ ਸਕਦਾ ਹੈ, ਪਹੁੰਚ ਸਕਦਾ ਹੈ। ਉਹ ਸਾਰੇ ਵਿਧੀ ਵਿਧਾਨ ਔਰ ਬਖਸ਼ਾਂ ਇਸ ਸ਼ਬਦ ਦੇ ਵਿੱਚ ਉਚਾਰਨ ਕੀਤੀਆਂ ਹਨ। ਲੰਬਾ ਸ਼ਬਦ ਹੈ, ਆਓ ਇੱਕ ਇੱਕ ਅੱਖਰ ਦੀ ਵਿਚਾਰ ਸਰਵਣ ਕਰਾਂਗੇ। ਸਾਰੇ ਇਕਾਗਰਤਾ ਬਖਸ਼ ਕੇ ਇੱਕ ਵਾਰੀ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਤੀਜਾ, ਘਰ ਦੂਜਾ। ਸਭ ਤੋਂ ਪਹਿਲਾਂ ਰਾਗ ਸ਼ਬਦ ਆਇਆ ਹੈ। ਰਾਗ ਅਕਾਲ ਪੁਰਖ ਦੀ ਆਵਾਜ਼, ਉਹਦਾ ਸੰਗੀਤ ਜੋ ਉਹਦੇ ਦਰ ਤੇ ਸਦਾ ਹੀ ਲਗਾਤਾਰ ਨਾਦ ਦੇ ਰੂਪ ਵਿੱਚ ਵੱਜ ਰਿਹਾ ਹੈ, ਜੋ ਇੱਕ ਓਂਕਾਰ ਸਰੂਪ ਹੈ। ਇਸ ਲਈ ਸਾਰੇ ਹੀ ਸ਼ਬਦਾਂ ਦੇ ਅੱਗੇ ਤਕਰੀਬਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੱਗੇ ਰਾਗ ਸ਼ਬਦ ਆਇਆ। 31 ਮੁੱਖ ਰਾਗ ਹਨ, ਬਾਕੀ ਮਿਸ਼ਰਤ ਰਾਗ ਹਨ। ਰਾਗਾਂ ਦਾ ਸਰੂਪ ਸੰਗੀਤ ਹੈ, ਨਾਦ ਹੈ, ਧੁਨੀ ਹੈ,
ਜੋ ਧੁਨੀ ਮਨ ਦੇ ਸਰੂਪ ਨੂੰ ਇਕਾਗਰ ਕਰਦੀ ਹੈ। ਜੇ ਰਾਗ ਸਹੀ ਤਰੀਕੇ ਨਾਲ ਗਾਇਆ ਜਾਏ ਔਰ ਸੁਣਨ ਵਾਲਾ ਇਕਾਗਰ ਹੋ ਕੇ ਸੁਣੇ, ਸੋ ਇਹ ਮਹਾਰਾਜ ਨੇ ਰਾਗ ਅੱਗੇ ਤਾਂ ਲਾਏ ਹਨ ਕਿ ਰਾਗ ਦੀ ਬੜੀ ਵਿਸ਼ੇਸ਼ਤਾ ਹੈ। ਕਈ ਵਾਰੀ ਰਾਗ ਜਿਹੜਾ ਹੈ ਉਹ ਹੀ ਅਕਾਲ ਪੁਰਖ ਦੇ ਦਰ ਤੱਕ ਮਨੁੱਖ ਨੂੰ ਪਹੁੰਚਾ ਦਿੰਦਾ ਸ਼ਬਦ ਦੇ ਨਾਲ ਮਿਲਾ ਕੇ ਜੇ ਗਾਇਆ ਜਾਏ। ਸੋ ਇਹ ਸੂਹੀ ਰਾਗ ਦੇ ਵਿੱਚ ਸ਼ੰਤ ਹਨ, 4 ਸ਼ੰਤ ਹਨ। ਮਹਾਰਾਜ ਗੁਰੂ ਅਮਰਦਾਸ, ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ, ਔਰ ਦੂਜੇ ਘਰ ਦੇ ਵਿੱਚ ਗਾਉਣ ਦਾ ਹੁਕਮ ਕਰਦੇ ਹਨ। ਇਕ ਓੰਕਾਰ ਸਤਿਗੁਰ ਪ੍ਰਸਾਦ। ਇਸ ਸ਼ਬਦ ਦਾ ਜਿਹੜਾ ਪ੍ਰਯੋਜਨ ਹੈ ਮੰਗਲ ਹੈ। ਪ੍ਰਯੋਜਨ, ਹਰ ਇੱਕ ਚੀਜ਼ ਦਾ ਇੱਕ ਪ੍ਰਯੋਜਨ ਹੋਣਾ ਬੜਾ ਜ਼ਰੂਰੀ ਹੈ। ਕੋਈ ਵੀ ਕਾਰਜ ਕਰੀਏ, ਜਿਵੇਂ ਪ੍ਰਸ਼ਾਦਾ ਛਕਣਾ, ਉਹਦਾ ਕਾਰਨ ਭੁੱਖ ਹੁੰਦੀ ਹੈ, ਤਾਂ ਛਕਣ ਦਾ ਸਵਾਦ ਆਉਂਦਾ। ਸ਼ਬਦ ਨੂੰ ਸੁਣਨ ਦਾ ਵੀ ਇੱਕ ਪ੍ਰਯੋਜਨ ਚਾਹੀਦਾ, ਉਹ ਦੱਸਿਆ। ਉਹ ਕਿਹੜਾ ਹੈ? ਅਕਾਲ ਪੁਰਖ ਇੱਕ ਓੰਕਾਰ, ਇੱਕ ਓੰਕਾਰ ਸਰੂਪ ਧੁਨੀ ਹੈ ਲਗਾਤਾਰ, ਜੋ ਸਾਰੇ ਜਗਤ ਦੇ ਵਿੱਚ ਸ਼ਬਦ ਰੂਪ ਹੋ ਕੇ ਵੱਜ ਰਹੀ ਹੈ। ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲੀ ਹੈ। ਅਕਾਲ ਪੁਰਖ ਦੀ ਜਿਹੜੀ ਧੁਨੀ ਹੈ ਉਹਨੂੰ ਇੱਕ ਓੰਕਾਰ ਕਿਹਾ ਹੈ, ਜੋ ਅਦਵੈਤ ਹੈ, ਜੋ ਲਗਾਤਾਰ ਹੈ, ਜੋ ਅਣਦਿਸਦੀ ਹੈ ਔਰ ਸੁਰਤ ਦੇ ਕੰਨਾਂ ਨਾਲ ਸੁਣੀ ਜਾ ਸਕਦੀ ਹੈ। ਉਹਦੀ ਪ੍ਰਾਪਤੀ ਪੂਰੇ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 5 ਪਿਆਰਿਆਂ ਤੋਂ ਉਪਦੇਸ਼ ਲੈ ਕੇ ਗੁਰਮੁਖਾਂ ਦੀ ਸੰਗਤ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ, ਕਿਰਪਾ ਦੇ ਨਾਲ। ਸੁਖ ਸੋਹਿਲੜਾ ਹਰ ਧਿਆਵੋ। ਇਸ ਪੰਕਤੀ ਦੇ ਅੰਦਰ ਗੁਰੂ ਅਮਰਦਾਸ ਜੀ ਦੇ ਕੋਲ ਕੋਈ ਜਗਿਆਸੂ ਸਵਾਲ ਲੈ ਕੇ ਆਇਆ ਹੈ। ਕਿਉਂਕਿ ਜਗਿਆਸੂ ਉਹ ਹੁੰਦਾ ਹੈ, ਇੱਕ ਤਾਂ ਜਗਿਆਸੂ ਜਿਹੜਾ ਪਹੁੰਚ ਗਿਆ, ਜਿਹੜਾ ਅਕਾਲ ਪੁਰਖ ਦੇ ਨਾਲ ਜੁੜ ਗਿਆ, ਉਹਦਾ ਤੇ ਸਵਾਲ ਕੋਈ ਰਹਿੰਦਾ ਨਹੀਂ। ਤੇ ਜਿਹੜਾ ਪਹੁੰਚਿਆ ਨਹੀਂ, ਜੇ ਉਹਦਾ ਸਵਾਲ ਨਹੀਂ ਤੇ ਫਿਰ ਉਹ ਤੁਰਦੇ ਨਹੀਂ ਹੈ। ਜੇ ਰਾਹ ਵਿੱਚ ਹੈ ਤਾਂ ਸਵਾਲ ਉੱਠਣਾ ਜ਼ਰੂਰੀ ਹੈ, ਸੁਭਾਵਿਕ ਹੈ ਕਿ ਉਹ ਤੁਰਨਾ ਚਾਹੁੰਦਾ ਹੈ। ਜੇ ਸਵਾਲ ਨਹੀਂ ਫਿਰ ਆਲਸ ਆਵੇਗਾ। ਜੇ ਅੰਦਰ ਇੱਛਾ ਹੈ, ਤੀਬਰਤਾ ਹੈ ਪ੍ਰਾਪਤੀ ਕਰਨ ਦੀ, ਵਾਹਿਗੁਰੂ ਨਾਲ ਜੁੜਨ ਦੀ, ਤੇ ਸਵਾਲ ਜ਼ਰੂਰ ਉੱਠੇਗਾ ਅੰਦਰ। ਇਹ ਨਹੀਂ ਅਸੀਂ ਕਹਿ ਸਕਦੇ ਕਿ ਸਵਾਲ ਕਰੋ ਹੀ ਨਾ। ਜਿਵੇਂ ਅਸੀਂ ਕਈ ਵਾਰੀ ਇੱਕ ਗੱਲ ਨੂੰ ਬਹੁਤਾ ਇਸ ਗੱਲ ਤੇ ਜ਼ੋਰ ਦੇ ਜਾਂਦੇ ਹਾਂ ਕਿ ਗੁਰਮਤਿ ਵਿੱਚ ਸਵਾਲ ਨਹੀਂ ਕਰਨਾ ਚਾਹੀਦਾ, ਸਿਰ ਸੁੱਟ ਕੇ ਸੁਣਨਾ ਚਾਹੀਦਾ। ਉਹ ਉਦੋਂ ਸੁਣਨਾ ਚਾਹੀਦਾ ਜਦੋਂ ਗੁਰੂ ਦੇ ਬਣ ਗਏ ਤੇ ਗੁਰੂ ਦਾ ਹੁਕਮ ਹੈ, ਉਹਨੂੰ ਕਹਿੰਦੇ ਸਤ ਬਚਨ ਸਤ। ਗੁਰੂ ਰਾਮਦਾਸ ਜੀ ਵੀ ਕਹਿੰਦੇ, ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਜਾਨੀ। ਵੀ ਜੋ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਹੁਕਮ ਹੈ, ਸਤ ਹੈ, ਸਤ ਬਚਨ ਹੈ, ਪਰ ਉਹਦੇ ਤੋਂ ਪਹਿਲਾਂ ਤਸੱਲੀ ਕਰ ਲੈਣੀ। ਜੇ ਕੋਈ ਸਵਾਲ ਹੈ, ਪਰਮਾਰਥ ਦੇ ਕੋਈ ਸਵਾਲ ਨੇ, ਉਹ ਗੁਰਸਿੱਖ ਆਪਸ ਵਿੱਚ ਮਿਲ ਕੇ ਸਾਂਝੇ ਕਰਦੇ ਨੇ, ਉਹਦਾ ਜਵਾਬ ਦੇ ਰਹੇ ਨੇ ਮਹਾਰਾਜ ਵੀ ਆਹ ਕੰਮ ਕਰੋ। ਉਹ ਕਿਹੜੀ ਪ੍ਰਾਪਤੀ ਵਾਸਤੇ? ਅਗਲੀ ਪੰਕਤੀ ਵੀ ਨਾਲ ਪੜ੍ਹ ਦਿਓ ਜੀ। ਗੁਰਮੁਖ ਹਰ ਫਲ ਪਾਵੋ। ਕਿਉਂਕਿ ਸਵਾਲ ਕਰਨ ਵਾਲੇ ਨੇ ਪੁੱਛਿਆ ਹੈ ਕਿ ਮੇਰੀ ਜ਼ਿੰਦਗੀ ਦਾ, ਮੇਰਾ ਜੀਵਨ ਜਿਹੜਾ, ਮੇਰਾ ਫਲ ਕਿਵੇਂ ਪ੍ਰਾਪਤ ਹੋਵੇ, ਮੇਰਾ ਜੀਵਨ ਸਫਲ ਕਿਵੇਂ ਹੋਵੇ। ਕਿਉਂਕਿ ਜਿਵੇਂ ਆਪਾਂ ਕਈ ਕੁਝ ਕਰਨੇ ਆ, ਪਰ ਸਾਡੇ ਮਨ ਨੂੰ ਅੰਦਰ ਸੰਤੁਸ਼ਟੀ ਨਹੀਂ ਹੁੰਦੀ ਕਿ ਮੈਂ ਸੰਪੂਰਨ ਹੋ ਗਿਆ। ਅੰਦਰ ਕਿਤੇ ਊਣਾਪਣ, ਖਾਲੀਪਣ, ਭਟਕਣਾ ਬਣੀ ਰਹਿੰਦੀ ਹੈ। ਸੰਪੂਰਨਤਾ ਦੀ ਨਿਸ਼ਾਨੀ ਹੈ ਕਿ ਮਨ ਕਿਤੇ ਵੀ ਨਹੀਂ ਭੱਜਦਾ। ਜਿਵੇਂ ਭਗਤ ਜੀ ਕਹਿੰਦੇ ਨੇ, ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਭੰਗ। ਸਾਧੂ ਦੀ ਨਿਸ਼ਾਨੀ ਇਹ ਹੈ, ਗੁਰਮੁਖ ਦੀ ਇਹ ਹੈ ਕਿ ਉਹਦੀ ਖੋਜ ਖਤਮ ਹੋ ਜਾਂਦੀ ਹੈ। ਕਿਉਂਕਿ ਉਹਨੇ ਜੋ ਪਾਉਣਾ ਸੀ ਇਸ ਸਰੀਰ ਦੇ ਵਿੱਚੋਂ ਤੱਤ ਕੱਢ ਲਿਆ, ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚ ਗਿਆ ਹੈ। ਅਕਾਲ ਪੁਰਖ ਦੀ ਜੋਤ ਉਹਦੇ ਵਿੱਚੋਂ ਪ੍ਰਗਟ ਹੋ ਗਈ, ਗੁਰਸਾਖੀ ਜੋਤ ਪ੍ਰਗਟ ਹੋਏ, ਫਿਰ ਤਾਂ ਉਹਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਰਹੀ। ਉਹਦਾ ਮਨ ਕੁਝ ਪੁੱਛਦਾ ਹੀ ਨਹੀਂ, ਕੁਝ ਭਟਕਦਾ ਹੀ ਨਹੀਂ। ਇਸ ਕਰਕੇ ਉਹ ਸੰਪੂਰਨਤਾ ਹੈ, ਫਲ ਦੀ ਪ੍ਰਾਪਤੀ। ਫਲ ਤੋਂ ਜੀਵਨ ਸ਼ੁਰੂ ਹੋਇਆ ਸੀ, ਜਿੱਥੋਂ ਜੀਵਨ ਸ਼ੁਰੂ ਹੋਇਆ ਸਾਡਾ,
ਉਸ ਬੈਕ ਵਿੱਚ, ਉਸ ਪਿਛੋਕੜ ਵਿੱਚ ਜਾਈਏ ਤੇ ਜੀਵਨ ਸ਼ੁਰੂ ਕਿੱਥੋਂ ਹੋਇਆ? ਜੋਤ ਤੋਂ ਸ਼ੁਰੂ ਹੋਇਆ। ਆਨੰਦ ਸਾਹਿਬ ਦੀ ਬਾਣੀ ਪੜ੍ਹੋ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਜੋਤ ਤੋਂ ਜੀਵਨ ਸ਼ੁਰੂ ਹੋਇਆ ਹੈ। ਤੇ ਜੇ ਮਰਨ ਤੋਂ ਪਹਿਲਾਂ ਪਹਿਲਾਂ ਇਸ ਸਰੀਰ ਦੇ ਵਿੱਚੋਂ ਜੋਤ ਪ੍ਰਗਟ ਨਾ ਹੋਈ ਤੇ ਆਪਾਂ ਫੇਲ ਹੋ ਗਏ ਸਮਝੋ। ਇਸ ਜ਼ਿੰਦਗੀ ਵਿੱਚ ਜੀਵਨ ਮਿਲਿਆ ਸੀ, ਸਰੀਰ ਮਿਲ ਗਿਆ, ਹੋਰ ਬੜਾ ਕੁਝ ਮਿਲ ਗਿਆ, ਸਿੱਧੀਆਂ ਪ੍ਰਸਿੱਧੀਆਂ ਮਿਲ ਗਈਆਂ ਹਨ, ਸਾਧਨਾ ਕਰਨ ਵਾਲਿਆਂ ਕੋਲ ਰਿੱਧੀਆਂ ਸਿੱਧੀਆਂ ਆ ਗਈਆਂ ਤੇ ਸੰਸਾਰੀ ਦੇ ਕੋਲ ਧਨ ਮਾਲ ਬਹੁਤ ਆ ਗਿਆ, ਪਰ ਮਨ ਨੂੰ ਸ਼ਾਂਤੀ ਨਹੀਂ ਆਈ। ਉਹ ਸ਼ਾਂਤੀ ਕਦੋਂ ਆਉਣੀ? ਜਿਹੜੀ ਜੋਤ ਤੋਂ ਜੀਵਨ ਸ਼ੁਰੂ ਹੋਇਆ ਸੀ, ਜਦੋਂ ਜੋਤ ਪ੍ਰਗਟ ਹੋ ਗਈ ਅੰਦਰੋਂ, ਤਾਂ ਸ਼ਾਂਤੀ ਆਉਣੀ ਹੈ, ਸੰਪੂਰਨਤਾ। ਜਿਵੇਂ ਬਾਣੀ ਵਿੱਚ ਆਇਆ, ਬੀਜ ਬੀਜ ਦੇਖਿਓ ਅਨੇਕ ਪ੍ਰਕਾਰਾ, ਫਲ ਪਾਕੇ ਤੇ ਏਕ ਓੰਕਾਰਾ। ਜਿਵੇਂ ਬੀਜ ਨੂੰ ਤੁਸੀਂ ਅੰਬ ਨੂੰ ਬੀਜਦੇ ਹੋ, ਅੰਬ ਦਾ ਬੀਜ ਉੱਗ ਵੀ ਪਿਆ, ਬੂਟਾ ਵੀ ਆ ਗਿਆ, ਫਲ ਪੱਤੇ ਵੀ ਲੱਗ ਗਏ, ਟਹਿਣੀਆਂ ਵੀ ਲੱਗ ਗਈਆਂ, ਸਾਧ ਸੰਗਤ ਜੀ, ਪਰ ਉਹਨੂੰ ਅੰਬ ਨਹੀਂ ਲੱਗਾ। ਤੇ ਅੰਬ ਲਾਉਣ ਵਾਲੇ ਨੂੰ ਪੁੱਛੀਏ ਵੀ ਦੱਸ ਕੀ ਹਾਲ ਹੈ ਤੇਰਾ, ਤੇਰੀ ਫਸਲ ਦਾ ਅੰਬ ਬੀਜੇ ਸਨ ਤੂੰ, ਵਧੀਆ ਤੈਨੂੰ ਪ੍ਰਾਪਤੀ ਹੋ ਗਈ? ਉਹ ਕਹਿੰਦਾ ਪ੍ਰਾਪਤੀ ਨਹੀਂ, ਮਿਹਨਤ ਬੜੀ ਕੀਤੀ ਹੈ। ਅੰਬ ਬੀਜਿਆ ਸੀ, ਸਿਰੇ ਤੇ ਆ ਕੇ ਹਨੇਰੀ ਆਈ ਹੈ ਤੇ ਬੂਰ ਝੜ ਗਿਆ ਤੇ ਅੰਬ ਨਹੀਂ ਪ੍ਰਾਪਤ ਹੋਏ। ਮੇਰਾ ਪ੍ਰਯੋਜਨ ਸੀ ਅੰਬ ਪ੍ਰਾਪਤ ਕਰਨਾ, ਤੇ ਜਿੱਥੋਂ ਸ਼ੁਰੂ ਹੋਇਆ ਸੀ ਉੱਥੇ ਨਹੀਂ ਪਹੁੰਚਿਆ। ਅੰਬ ਦਾ ਬੀਜ ਬੀਜਿਆ ਸੀ, ਅੰਬ ਨਹੀਂ ਲੱਗੇ, ਉਹਦੇ ਤੋਂ ਪਹਿਲਾਂ ਹੀ ਝੜ ਗਿਆ ਬੂਰ ਜਿਹੜਾ ਸੀ। ਇਸ ਤਰ੍ਹਾਂ ਇਸ ਜ਼ਿੰਦਗੀ ਦੇ ਵਿੱਚ ਬੜੀਆਂ ਹਨੇਰੀਆਂ ਆਉਂਦੀਆਂ। ਜਿਵੇਂ ਕਬੀਰ ਜੀ ਕਹਿੰਦੇ ਨੇ, ਕਬੀਰ ਫਲ ਲਾਗੇ ਫਲਨ ਫਾਲਨ ਲਾਗੇ ਆਂਬ, ਜਾਏ ਪਹੁੰਚੇ ਖਸਮ ਕੋ ਜੋ ਬੀਚ ਨਾ ਖਾਹੀ ਕਾਂਬ। ਕਈ ਵਾਰੀ ਬੂਰ ਦੇ ਉੱਤੇ ਹਨੇਰੀਆਂ ਆ ਜਾਂਦੀਆਂ, ਕਈ ਵਾਰੀ ਬੂਟੇ ਨੂੰ ਪਹਿਲਾਂ ਹੀ ਕੋਈ ਹਨੇਰੀ ਮੀਂਹ ਜਿਹੜਾ ਉਹ ਖਰਾਬ ਕਰ ਜਾਂਦਾ ਹੈ। ਇਸ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਜਿਹੜਾ ਜੀਵਨ ਰੂਪੀ ਇਹ ਬੂਟਾ ਹੈ ਨਾ, ਇਹਨੂੰ ਫਲ ਕਿਉਂ ਨਹੀਂ ਲੱਗਦਾ? ਕਿਉਂਕਿ ਇਹਦੇ ਉੱਤੇ ਝੱਖੜ ਮੀਂਹ ਜਿਹੜੀਆਂ ਸੰਸਾਰ ਦੀ ਮਾਇਆ ਜਿਹੜੀ ਹੈ, ਸੰਸਾਰ ਦੇ ਕਲ ਕਲੇਸ਼ ਹਨ, ਆਦ ਵਿਆਦ ਲੜਾਈ ਝਗੜੇ ਖਿੱਚਾ ਤਾਣੀ ਮੇਰ ਤੇਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਭੱਜਾ ਦੌੜੀ, ਇਹ ਸਾਰੀਆਂ ਜਿਹੜੀਆਂ ਹਨੇਰੀਆਂ ਹੁੰਦੀਆਂ ਹਨ, ਇਹ ਫਲ ਤੱਕ ਜਾਣ ਹੀ ਨਹੀਂ ਦਿੰਦੀਆਂ ਤੇ ਕੱਲਾ ਰੁੱਖ ਹੀ ਖੜਾ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਸ ਤਰ੍ਹਾਂ ਦਾ ਮਨੁੱਖ ਨਾਮ ਜਿਹਦੇ ਵਿੱਚ ਨਾਮ ਪ੍ਰਗਟ ਨਹੀਂ ਹੋਇਆ। ਜਪਣਾ ਹੋਰ ਗੱਲ ਹੈ, ਜਪਣਾ ਪ੍ਰਗਟ ਕਰਨ ਵਾਸਤੇ ਹੈ, ਤਾਂ ਉਹਦੇ ਪ੍ਰਾਪਤੀ ਨਹੀਂ ਹੋਈ ਸਾਧ ਸੰਗਤ ਜੀ। ਇਸ ਕਰਕੇ ਸੰਪੂਰਨਤਾ ਨਹੀਂ ਆਈ। ਇਸ ਕਰਕੇ ਗੁਰਮੁਖ ਪਿਆਰੇ ਸਤਿਗੁਰੂ ਅਮਰਦਾਸ ਜੀ ਨੂੰ ਪੁੱਛ ਰਹੇ ਨੇ, ਗੁਰਮੁਖ ਪੁੱਛਦੇ ਹਨ ਕਿ ਫਲ ਕਿਵੇਂ ਪ੍ਰਾਪਤ ਹੋਵੇ? ਤੇ ਮਹਾਰਾਜ ਕਹਿੰਦੇ, ਗੁਰਮੁਖ ਹਰ ਫਲ ਪਾਵਹੁ। ਹੇ ਭਾਈ ਗੁਰਮੁਖ ਪਿਆਰਿਓ, ਇਸ ਤਰ੍ਹਾਂ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਹਰੀ ਦੇ ਨਾਮ ਦਾ ਫਲ ਪ੍ਰਾਪਤ ਕਰ ਲਈਦਾ ਹੈ। ਕਿਵੇਂ ਕਰੀਦਾ? ਉਹ ਪਹਿਲੀ ਪੰਕਤੀ ਵਿੱਚ ਦੱਸਦੇ ਹਨ, ਸੁਖ ਸੋਹਿਲੜਾ ਹਰ ਧਿਆਵਹੁ। ਇਹਦੇ ਵਿੱਚ ਜਾਚ ਦੱਸੀ ਹੈ ਕਿ ਫਲ ਪ੍ਰਾਪਤ ਕਿਵੇਂ ਹੋਏਗਾ। ਇੱਥੇ ਹੁਣ ਸ਼ਬਦ ਮਹਾਰਾਜ ਨੇ ਵਰਤਿਆ, ਸੁਖ ਤੇ ਸੋਹਿਲੜਾ ਤੇ ਹਰੀ ਦਾ ਧਿਆਨ ਕਰੋ। ਪਹਿਲੇ ਦੋ ਲਫ਼ਜ਼ ਨੇ, ਸੋਹਿਲੇ ਦੁਆਰਾ ਹਰੀ ਦਾ ਧਿਆਨ ਕਰੋ। ਕਿਵੇਂ ਕਰੋ? ਸੁਖ ਸੋਹਿਲੇ ਦੁਆਰਾ। ਪਹਿਲਾਂ ਤਾਂ ਸਿਮਰਨ ਕਰਨ ਤੋਂ ਪਹਿਲਾਂ ਜੀਵਨ ਵਿੱਚ ਦੁੱਖ ਸੁੱਖ ਤਾਂ ਵੇਖੋ ਸਰੀਰ ਹੈ, ਪਰਾਲਬਦ ਹੈ ਸਾਡੀ, ਜਿਹਨੂੰ ਤੁਸੀਂ ਫੋਲ ਕੇ ਵੇਖ ਲਓ, ਕੁਝ ਨਾ ਕੁਝ ਅੰਦਰੋਂ ਦੁੱਖ ਨਿਕਲੇਗਾ ਨਿਕਲੇਗਾ ਹਰ ਇੱਕ ਬੰਦੇ ਦੇ ਅੰਦਰੋਂ। ਸਰੀਰ ਇੱਥੇ ਇਹ ਧਰਤੀ ਹੀ ਇਸ ਤਰ੍ਹਾਂ ਦੀ ਹੈ, ਟੋਟਲੀ ਨਹੀਂ ਖਤਮ ਹੁੰਦਾ। ਤਾਂ ਮਹਾਰਾਜ ਨੇ ਇੱਥੇ ਇੱਕ ਕਿਹਾ, ਸੁਖ ਸੋਹਿਲੜਾ। ਸੋਹਿਲੜਾ ਮੈਨੇ ਖੁਸ਼ੀ ਦਾ ਗੀਤ। ਕਹਿੰਦੇ ਭਾਈ ਵਿਧੀ ਵਰਤੋ ਇੱਕ, ਕਿ ਜਦੋਂ ਤੁਸੀਂ ਨਾਮ ਜਪਦੇ ਹੋ ਉਦੋਂ ਇੱਕ ਵਾਰੀ ਥੋੜ੍ਹਾ ਜਿਹਾ ਇੰਨਾ ਮਨ ਨੂੰ ਟਿਕਾ ਲਓ ਵੀ ਸਾਰੇ ਦੁੱਖਾਂ ਨੂੰ ਭੁਲਾ ਦਿਓ, ਉਹ ਨਾ ਲਿਆਓ ਵਿੱਚ ਉਲਾਮੇ, ਮੈਨੂੰ ਇਹ ਹੈ, ਮੈਨੂੰ ਉਹ ਹੈ, ਮੈਨੂੰ ਆਹ ਹੈ, ਇਹਨੂੰ ਕੱਢੋ ਪਹਿਲਾਂ ਬਾਹਰ। ਇਹ ਧਿਆਨ ਰੱਖਣਾ ਹੈ, ਕਾਮਯਾਬੀ ਜਲਦੀ ਤਾਂ ਹੋਵੇਗੀ। ਅਸੀਂ ਕੀ ਕਰਨੇ ਆ, ਸਾਰੇ ਝੋਲੇ ਮੋਢਿਆਂ ਤੇ ਚੁੱਕ ਕੇ ਅਸੀਂ ਨਾਮ ਜਪਣ ਲੱਗ ਪੈਂਦੇ ਹਾਂ। ਜਿਹੜੇ ਦੁੱਖ ਵੈਸੇ ਨਹੀਂ ਕਦੀ ਯਾਦ ਆਉਂਦੇ, ਨਾਮ ਜਪਣ ਲੱਗਿਆ ਉਹ ਵੀ ਅਸੀਂ ਵਿੱਚ ਠੋਕ ਦਿੰਦੇ ਹਾਂ ਲਿਆ ਕੇ, ਵੀ ਮਹਾਰਾਜ ਨਾਮ ਥੋੜ੍ਹਾ ਤੇ ਦੁੱਖ ਜ਼ਿਆਦਾ ਦੱਸਣੇ ਆ। ਉਹ ਕਹਿੰਦੇ ਘੜੀ ਦੀ ਘੜੀ ਭਾਵੇਂ 15 ਮਿੰਟ ਹੀ ਖਾਲੀ ਤਾਂ ਹੋ, ਥੋੜ੍ਹਾ ਜਿਹਾ ਖਾਲੀ ਹੋ ਕੇ ਕੱਲਾ ਨਾਮ ਜਪ। ਜਿਵੇਂ ਬਾਣੀ ਵਿੱਚ ਕਿਹਾ, ਨਾਨਕ ਕਹਿ ਘਰ ਕੇਵਲ ਨਾਮ। ਕੇਵਲ ਦਾ ਮਤਲਬ ਕੀ ਹੈ?
ਕੇਵਲ ਦਾ ਮਤਲਬ ਹੈ ਇਕੱਲਾ ਕੰਮ। ਜਿਵੇਂ ਕੋਈ ਬੰਦਾ ਪ੍ਰਸ਼ਾਦਾ ਛਕਦਾ ਹੋਵੇ ਨਾ, ਤੇ ਉਹ ਵਿੱਚ ਬੋਲੀ ਵੀ ਆਵੇ ਬਹੁਤਾ ਲੋੜ ਤੋਂ, ਤੇ ਆਪਾਂ ਉਹਨੂੰ ਕਹਿੰਦੇ ਆ ਬਈ ਗੁਰਮੁਖਾ ਪਹਿਲਾਂ ਪ੍ਰਸ਼ਾਦਾ ਛਕ ਲੈ, ਬਾਅਦ ਵਿੱਚ ਗੱਲਾਂ ਕਰ ਲਾਂਗੇ ਆਪਾਂ, ਪਹਿਲਾਂ ਪ੍ਰਸ਼ਾਦਾ ਤੇ ਛਕ, ਸਵਾਦ ਨਾਲ ਇਕੱਲਾ ਬਹਿ ਕੇ। ਉਹ ਕੇਵਲ ਨਾਮ ਦਾ ਮਤਲਬ ਹੈ ਜਦੋਂ ਨਾਮ ਜਪਣਾ ਉਦੋਂ ਇਕੱਲਾ ਹੋ ਜਾਇਆ ਕਰ। ਗੱਲਾਂ ਸਾਰਾ ਦਿਨ ਆਪਾਂ ਫਿਰ ਕਰਨੀਆਂ ਨੇ, ਅੰਦਰ ਮਨ ਦੇ ਵਿੱਚ ਕਲਪਨਾਵਾਂ ਨੇ ਜਿਹੜੀਆਂ, ਤਾਂ ਉਹਦੀ ਮੁਦਰਾ ਬਣਾਉਣੀ ਹੈ। ਭਾਵੇਂ ਅੰਦਰ ਸੁੱਖ ਨਹੀਂ, ਭਾਵੇਂ ਅੰਦਰ ਕੋਈ ਦੁੱਖ ਹੈ, ਪਰ ਜਿੰਨਾ ਚਿਰ ਨਿਤਨੇਮ ਕਰਨਾ ਉਹਨਾਂ ਚਿਰ ਇੱਕ ਟੈਂਪਰੇਰੀ ਮੁਦਰਾ ਹੀ ਬਣਾ ਲੈ ਭਾਵੇਂ ਤੂੰ, ਆਰਜੀ ਤੌਰ ਤੇ ਹੀ, ਜਿਵੇਂ ਕਾਰਜਕਾਰੀ ਸੁੱਖ ਪੈਦਾ ਕਰਦੇ ਅੰਦਰ। ਤੇ ਗੁਰੂ ਸਾਹਿਬ ਵੀ ਫਿਰ ਕਹਿੰਦੇ ਨੇ, ਜਦੋਂ ਆਪਾਂ ਨਾਮ ਜਪ ਨਿਤਨੇਮ ਕਰਨ ਲੱਗਿਆਂ ਵੀ ਦੁੱਖ ਹੀ ਦੱਸੀ ਜਾਂਦੇ ਆ ਬਹੁਤੇ, ਤੇ ਗੁਰੂ ਸਾਹਿਬ ਕਹਿੰਦੇ ਵੀ ਤੇਰੇ ਘਰ ਕੋਈ ਮਿੱਤਰ ਆਵੇ ਮਿਲਣ ਵਾਸਤੇ, ਘੱਟੋ ਘੱਟ ਉਹਨੂੰ 15 ਮਿੰਟ ਤੇ ਹੱਸ ਕੇ ਮਿਲਣਾ ਹੀ ਹੈ, ਭਾਵੇਂ ਦੁੱਖ ਕਿੰਨਾ ਹੋਵੇ। ਆਉਂਦਿਆਂ ਸਰ ਬੂਹੇ ਕੇ ਖਲੋ ਕੇ ਤੂੰ ਕਲਪਨ ਤੇ ਨਹੀਂ ਲੱਗ ਪੈਂਦਾ ਮੈਨੂੰ ਆਹ ਹੋ ਗਿਆ, ਮੈਨੂੰ ਉਹ ਹੋ ਗਿਆ, ਨਹੀਂ, ਪਹਿਲਾਂ ਹੱਸ ਕੇ ਮਿਲੇਗਾ। ਜਾਂ ਜਿਵੇਂ ਬੱਚਾ ਸਕੂਲ ਤੋਂ ਆਇਆ ਤੇ ਘਰ ਵਿੱਚ ਉਹਦੇ ਮਾਤਾ ਪਿਤਾ ਕਿਸੇ ਗੱਲੋਂ ਝਗੜ ਪਏ ਤੇ ਮਾਂ ਰੋਂਦੀ ਸੀ ਵੀ ਉੱਧਰੋਂ ਬੱਸ ਆ ਗਈ, ਉਹ ਲੈਣ ਚਲੀ ਗਈ, ਉਸ ਤਰ੍ਹਾਂ ਰੋਂਦੀ ਦੀਆਂ ਅੱਖਾਂ ਦੇ ਵਿੱਚ ਪਾਣੀ ਸੀ। ਹੁਣ ਉਹਨੇ ਵੇਖਿਆ ਵੀ ਬੱਚਾ ਸਾਰੇ ਦਿਨ ਬਾਅਦ ਆਇਆ ਤੇ ਉਹਨੂੰ ਮੈਂ ਅੱਖਾਂ ਵਿੱਚ ਅੱਥਰੂ ਵਿਖਾਵਾਂਗੀ, ਉਹ ਦੁਖੀ ਹੋਵੇਗਾ। ਉਹ ਝਟਪਟ ਆਪਣਾ ਪੱਲਾ ਲੈ ਕੇ ਅੱਖਾਂ ਪੂੰਝ ਕੇ ਉਹਨੂੰ ਹੱਸਦੀ ਹੱਸਦੀ ਬੱਸ ਤੋਂ ਲਾਉਂਦੀ, ਕਿਉਂਕਿ ਸਬੰਧ ਇਸ ਤਰ੍ਹਾਂ ਦਾ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੀ ਦੁਨੀਆ ਨੂੰ ਤੂੰ ਭਾਵੇਂ ਦੁਖੀ ਹੋਵੇਂ ਤਾਂ ਵੀ ਹੱਸ ਕੇ ਮਿਲਣਾ, ਜਦੋਂ ਮੇਰੇ ਕੋਲ ਆਉਣਾ ਤੂੰ ਦੂਜੀਆਂ ਗੱਲਾਂ ਕਰੀ ਜਾਂਦਾ, ਸਾਰੇ ਲਾਮੇ ਮੇਰੇ ਕੋਲ ਹੀ ਲਿਆਉਣੇ, ਤੂੰ ਕਦੀ ਹੱਸ ਕੇ ਵੀ ਆ ਜਾਇਆ ਕਰ। ਇਸ ਲਈ ਭਗਤ ਜੀ ਕਹਿੰਦੇ ਨੇ ਹਸਤ ਖੇਲਤ ਤੇਰਾ ਦੇਹੁਰੇ ਆਇਆ। ਮੈਂ ਕੋਈ ਮੰਗ ਲੈ ਕੇ ਨਹੀਂ ਸੀ ਆਇਆ। ਠੀਕ ਹੈ, ਮਨੁੱਖੀ ਸਰੀਰ ਦੀਆਂ ਆਪਣੀਆਂ ਮੰਗਾਂ ਨੇ, ਲੋੜਾਂ ਨੇ, ਤੇ ਸਗੋਂ ਸਤਿਗੁਰੂ ਤਾਂ ਕਹਿੰਦੇ ਤੂੰ ਗੁਰੂ ਦਾ ਬਣ ਜਾ, ਤੈਨੂੰ ਦੱਸਣਾ ਵੀ ਨਹੀਂ ਲੈਣ ਪੈਣਾ ਤੈਨੂੰ ਦੁੱਖ ਕਿਹੜਾ ਹੈ, ਕਿਉਂਕਿ ਫਿਰ ਤੇਰੇ ਦੁੱਖਾਂ ਦਾ ਫਿਕਰ ਤੇਰੇ ਗੁਰੂ ਨੂੰ ਹੋ ਜਾਣਾ। ਅਜੇ ਤੈਨੂੰ ਇਹ ਤੇਰੇ ਦੁੱਖਾਂ ਦਾ ਫਿਕਰ ਜਿਹੜਾ ਹੈ, ਤੂੰ ਉਹਦਾ ਬਣ ਕੇ ਵੇਖ, ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਬਸ ਜਦੋਂ ਉਹਦੇ ਬਣਾਂਗੇ ਤਾਂ ਫਿਰ ਇਹ ਇਤਿਹਾਸ ਦੇ ਵੀ ਪੰਨੇ ਨੇ, ਔਰ ਗੁਰਬਾਣੀ ਵੀ ਕਹਿੰਦੀ ਹੈ ਕਿ ਜਦੋਂ ਸਿੱਖ ਨੂੰ ਕੰਡਾ ਚੁੱਭਦਾ ਹੈ ਤੇ ਪੀੜ ਗੁਰੂ ਨੂੰ ਹੁੰਦੀ ਹੈ। ਜਦੋਂ ਸਿੱਖ ਹੋਵੇ ਸਹੀ, ਤਾਂ ਹੀ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸੰਤਨ ਕੇ ਸੁਖੀ। ਗੁਰਮੁਖਾਂ ਨੂੰ ਜਦੋਂ ਸੁਖ ਮਿਲਦਾ ਤੇ ਵਾਹਿਗੁਰੂ ਬੜਾ ਖੁਸ਼ ਹੁੰਦਾ ਹੈ, ਤੇ ਜਦੋਂ ਉਹਨਾਂ ਨੂੰ ਦੁੱਖ ਮਿਲਦਾ ਹੈ, ਅਕਾਲ ਪੁਰਖ ਨੂੰ, ਗੁਰੂ ਨੂੰ, ਸੱਚੇ ਪਾਤਸ਼ਾਹ ਜੀ ਨੂੰ ਦੁੱਖ ਮਿਲਦਾ ਹੈ, ਤਾਂ ਫਿਰ ਉਹਨਾਂ ਨੇ ਉਸ ਦੁੱਖ ਨੂੰ ਹਟਾਉਣਾ ਹੁੰਦਾ ਹੈ। ਇੱਕ ਇਹ ਤਰੀਕਾ ਵੀ ਹੈ। ਬਾਕੀ ਜਿਹੜੀ ਅਰਦਾਸ ਕਰਨੀ ਇਹਦੇ ਉੱਤੇ ਬੰਦਿਸ਼ ਨਹੀਂ ਕਿ ਆਪਣੇ ਦੁੱਖ ਦੀ ਅਰਦਾਸ ਨਹੀਂ ਕਰਨੀ, ਉਹ ਇੱਕ ਅਲੱਗ ਤੋਂ ਵਿਸ਼ਾ। ਮੈਂ ਇਸ ਸ਼ਬਦ ਦੇ ਪੱਖ ਵਿੱਚ ਕਹਿ ਰਿਹਾ ਸੀ ਵੀ ਹਰੀ ਨਾਮ ਦਾ ਫਲ ਕਿਵੇਂ ਪ੍ਰਾਪਤ ਹੁੰਦਾ ਹੈ। ਉਹ ਕਹਿੰਦੇ ਸੁਖ ਸੋਹਿਲੜਾ, 1-2 ਮਿੰਟ ਹੋਰ ਇਹਦੇ ਉੱਤੇ ਲਾਵਾਂਗਾ। ਸੋਹਿਲਾ ਸ਼ਬਦ ਜਿਹੜਾ ਨਾ, ਇਹ ਸ਼ਬਦ ਦਾ ਅਰਥ ਗੀਤ, ਤੇ ਇੱਥੇ ਸੋਹਿਲੇ ਦਾ ਅਰਥ ਖੁਸ਼ੀ ਦਾ ਗੀਤ, ਯਾਨੀ ਕਿ ਵਿਆਹ ਨੂੰ ਗਾਇਆ ਜਾਣ ਵਾਲਾ ਗਾਣਾ। ਇੱਥੇ ਗੀਤ ਦਾ ਅਰਥ, ਆਪਣੀ ਬਾਣੀ ਵੀ ਜਿਹੜੀ ਸੌਣ ਲੱਗਿਆ ਪੜ੍ਹੀ ਜਾਂਦੀ, ਉਹਦਾ ਨਾਮ ਵੀ ਸੋਹਿਲਾ ਹੈ। ਸੋਹਿਲਾ ਯਾਨੀ ਕਿ ਖੁਸ਼ੀ ਦਾ ਗੀਤ ਹੈ। ਕਹਿੰਦੇ ਖੁਸ਼ੀ ਵਿੱਚ ਆ ਕੇ, ਸੁਖ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਹਰ ਧਿਆਵੋ, ਹਰੀ ਦਾ ਨਾਮ ਧਿਆਵੋ, ਗੁਰਮੁਖ ਹਰ ਫਲ ਪਾਵੋ। ਇਸ ਤਰ੍ਹਾਂ ਭਾਈ ਗੁਰਮੁਖੋ ਗੁਰੂ ਦੇ ਸਨਮੁਖ ਹੋ ਕੇ ਹਰੀ ਦੇ ਨਾਮ ਦੇ ਫਲ ਨੂੰ ਪ੍ਰਾਪਤ ਕਰ ਲਈਦਾ ਹੈ। ਗੁਰਮੁਖ ਫਲ ਪਾਵੋ, ਹਰ ਨਾਮ ਧਿਆਵੋ, ਜਨਮ ਜਨਮ ਕੇ ਦੁਖ ਨਿਵਾਰੇ। ਇਸ ਤਰ੍ਹਾਂ ਗੁਰੂ ਦੇ ਆਖੇ ਲੱਗ ਕੇ, ਗੁਰੂ ਦੇ ਮਾਰਗ ਤੇ ਚੱਲ ਕੇ, ਗੁਰਮੁਖ ਬਣ ਕੇ ਉਸ ਫਲ ਦੀ ਪ੍ਰਾਪਤੀ ਕਰੋ ਔਰ ਜੀਵਨ ਨੂੰ ਸਫਲ ਕਰ ਲਵੋ। ਗੁਰਮੁਖ ਹਰ ਫਲ ਪਾਵੋ, ਹਰ ਨਾਮ ਧਿਆਵੋ, ਹਰੀ ਦੇ ਨਾਮ ਨੂੰ ਧਿਆਵੋ। ਇੱਥੇ ਨਾਮ ਨੂੰ ਧਿਆਵੋ ਲਿਖਿਆ, ਹਰੀ ਨੂੰ ਧਿਆਵੋ ਨਹੀਂ ਲਿਖਿਆ, ਕਿਉਂਕਿ ਅਸੀਂ ਹਰੀ ਨੂੰ ਧਿਆ ਹੀ ਨਹੀਂ ਸਕਦੇ, ਨਾਮ ਨੂੰ ਧਿਆ ਸਕਦੇ ਹਾਂ। ਨਾਮ ਹੀ ਇੱਕ ਐਸੀ ਚੀਜ਼ ਹੈ ਜਿਹਦਾ ਅਸੀਂ ਧਿਆਨ ਕਰ ਸਕਦੇ ਹਾਂ। ਹਰੀ ਦਾ ਧਿਆਨ ਕਿਵੇਂ ਕਰੋਗੇ? ਉਹ ਤਾਂ ਅਦ੍ਰਿਸ਼ਟਾ ਹੈ, ਦ੍ਰਿਸ਼ਟਾ ਤੇ ਹੈ ਹੀ ਨਹੀਂ। ਕਦੀ ਨਜ਼ਰ ਆਇਆ ਕਿਸੇ ਨੂੰ ਪਰਮਾਤਮਾ? ਨਜ਼ਰ ਨਹੀਂ ਆਉਂਦਾ। ਪਰ ਨਾਮ ਦੀ ਜਿਹੜੀ ਧੁਨ ਹੈ ਨਾ, ਜਿਹੜੀ ਸਿੱਖ ਦੀ ਝੋਲੀ ਵਿੱਚ ਪਾਉਂਦੇ ਸਤਿਗੁਰੂ ਜੀ, ਜਦੋਂ ਉਹਨੂੰ ਅਸੀਂ ਜਪਨੇ ਆ ਤੇ ਉਹਦੀ ਜਿਹੜੀ ਵੇਵਜ਼ ਬਣਦੀ ਹੈ, ਜਿਹੜੀ ਉਹਦੀ ਇੱਕੋ ਬਣਦੀ ਹੈ, ਤਰੰਗਾਂ ਬਣਦੀਆਂ ਜਿਹੜੀਆਂ, ਉਹਦੀ ਆਵਾਜ਼ ਬਣਦੀ ਹੈ, ਉਹਦਾ ਧਿਆਨ ਕਰੋ।
ਉਹਦੇ ਵਿੱਚ ਆਪਣੀ ਸੁਰਤੀ ਨੂੰ ਜੋੜੋ। ਫਿਰ ਕੀ ਹੋਵੇਗਾ? ਜਨਮ ਜਨਮ ਕੇ ਦੁੱਖ ਨਿਵਾਰੇ। ਨਿਵਾਰੇ ਦਾ ਮਤਲਬ ਹੈ ਨਿਵਾਰੇ ਜਾਣਗੇ। ਇੱਥੇ ਲਾਂ ਲੱਗੀ ਹੋਈ ਹੈ। ਜੇ ਨਿਵਾਰੇ ਹੁੰਦਾ ਤੇ ਫਿਰ ਅਰਥ ਸੀ ਨਿਵਾਰ ਦਿੰਦਾ ਹੈ। ਨਿਵਾਰੇ ਉਹ ਜਿਹੜਾ ਜਪਿਆ ਹੋਇਆ ਨਾਮ ਹੈ, ਕਿਉਂਕਿ ਸਾਡੇ ਜਨਮਾਂ ਜਨਮਾਂ ਦੇ ਜਿਹੜੇ ਅਸੀਂ ਪਿੱਛੇ ਕਰਕੇ ਆਏ ਆ, ਪਿਛਲੇ ਕਈ ਜਨਮਾਂ ਦੇ ਵਿੱਚ ਜਿਵੇਂ ਦਾ ਕਰਮ ਕਰਨੇ ਆ ਉਹਦਾ ਅੰਦਰ ਪਰਛਾਵਾਂ ਪੈ ਜਾਂਦਾ ਹੈ, ਉਹਦਾ ਅੰਦਰ ਪ੍ਰਭਾਵ ਪੈ ਜਾਂਦਾ ਮਨ ਦੇ ਵਿੱਚ। ਤਾਂ ਉਹ ਪ੍ਰਭਾਵ ਜਿਹੜਾ ਫਿਰ ਅੰਦਰ ਬੀਜ ਬਣ ਜਾਂਦਾ ਹੈ, ਫਿਰ ਉਹਦਾ ਬੂਟਾ ਉੱਗ ਪੈਂਦਾ, ਫਿਰ ਉਹਨੂੰ ਹੋਰ ਉਸ ਤਰ੍ਹਾਂ ਦੇ ਦੁੱਖ ਲੱਗਦੇ ਨੇ ਜਿਸ ਤਰ੍ਹਾਂ ਦਾ ਅਸੀਂ ਪਹਿਲਾਂ ਉਹ ਕਰਮ ਜੇ ਗੁਰੂ ਤੋਂ ਟੁੱਟ ਕੇ ਕੀਤਾ ਹੋਇਆ। ਤਾਂ ਉਹ ਜਨਮਾਂ ਜਨਮਾਂ ਦੇ ਜਿਹੜੇ ਦੁੱਖ ਨੇ, ਇਹ ਵਾਹਿਗੁਰੂ ਦਾ ਨਾਮ ਜਿਹੜਾ ਹੈ ਨਿਵਾਰੇ, ਉਹ ਦੂਰ ਕਰ ਦੇਗਾ ਤੁਹਾਡੇ ਦੁੱਖ। ਸਤਿਗੁਰੂ ਜੀ ਆਪਣੇ ਗੁਰਸਿੱਖਾਂ ਤੇ ਬਖਸ਼ਾਂ ਵਰਤਾ ਰਹੇ ਹਨ। ਬਲਿਹਾਰੀ ਗੁਰ ਆਪਣੇ ਵਿਟਹੁ, ਜਿਨ ਕਾਰਜ ਸਭ ਸਵਾਰੇ। ਤੇ ਫਿਰ ਜਿਹਦੇ ਉੱਤੇ ਕਿਰਪਾ ਹੋ ਜਾਂਦੀ ਹੈ, ਜਦੋਂ ਗੁਰੂ ਸਾਹਿਬ ਦੀ ਰਹਿਮਤ ਹੋ ਜਾਂਦੀ ਹੈ, ਉਹ ਕਹਿੰਦਾ ਕੁਰਬਾਨ ਜਾਈਏ ਐਸੇ ਸਤਿਗੁਰੂ ਜੀ ਤੋਂ। ਅਸਲ ਵਿੱਚ ਮੱਥਾ ਟੇਕਣ ਦਾ ਸਵਾਦ ਫਿਰ ਉਦੋਂ ਬਦਲ ਜਾਂਦਾ ਹੈ। ਮੱਥਾ ਅਸੀਂ ਅੱਜ ਵੀ ਟੇਕਨੇ ਆ, ਪਰ ਜਦੋਂ ਕੋਈ ਝੋਲੀ ਵਿੱਚ ਅਗੰਮੀ ਦਾਤ ਪੈ ਜਾਏ ਨਾ, ਜੋ ਅਸੀਂ ਕਦੀ ਸੋਚੀ ਵੀ ਨਹੀਂ ਸੀ, ਉਹ ਜੇ ਆਨੰਦ ਕਿਤੇ ਮਿਲ ਜਾਏ, ਗੁਰੂ ਦੀ ਕਿਰਪਾ ਹੋ ਜਾਏ, ਜਾਂ ਕਈ ਵਾਰੀ ਸੰਸਾਰੀ ਵੀ ਚੀਜ਼ ਸਾਡੀ ਝੋਲੀ ਵਿੱਚ ਪੈ ਜਾਏ, ਤਾਂ ਉਦੋਂ ਵੀ ਕਈ ਵਾਰੀ ਮਨ ਦੇ ਵਿੱਚ ਇੱਕ ਅੰਦਰ ਆਨੰਦ ਆਉਂਦਾ ਵੀ ਮੇਰਾ ਗੁਰੂ ਬਹੁਤ ਵੱਡਾ ਹੈ। ਕੁਰਬਾਨ ਜਾਈਏ, ਇਹ ਸਿੱਖ ਦੀ ਭਗਤੀ ਹੈ, ਆਪਣੇ ਗੁਰੂ ਤੋਂ ਕੁਰਬਾਨ ਹੋਣਾ। ਜਿੰਨੇ ਸਾਧ ਸੰਗਤ ਸ਼ਹੀਦ ਹੋਏ ਨੇ, ਇਹਨਾਂ ਕੁਰਬਾਨੀਆਂ ਕਿਸੇ ਬੰਦਾ ਚੱਟੀ ਵਿੱਚ ਨਹੀਂ ਕੀਤੀਆਂ। ਇਹਨਾਂ ਭਗਤੀ ਦੇ ਮਾਰਗ ਤੇ ਚੱਲਦਿਆਂ ਆਪਣੇ ਸਤਿਗੁਰੂ ਤੋਂ ਕੁਰਬਾਨ ਹੋਏ ਨੇ। ਇਸ ਕਰਕੇ ਉਹ ਗੁਰਸਿੱਖ ਜਿਹਦੇ ਤੇ ਕਿਰਪਾ ਹੋਈ ਹੈ, ਉਹ ਕਹਿੰਦਾ ਕੁਰਬਾਨ ਜਾਈਏ ਆਪਣੇ ਸਤਿਗੁਰੂ ਤੋਂ, ਜਿਨੇ ਮੇਰੇ ਜੀਵਨ ਦੇ ਸਾਰੇ ਕਾਰਜ ਸਫਲ ਕਰ ਦਿੱਤੇ ਹਨ, ਜੀਵਨ ਸਵਾਰ ਦਿੱਤਾ ਹੈ। ਹਰ ਪ੍ਰਭ ਕਿਰਪਾ ਕਰੇ ਹਰ ਜਾਪਹੁ, ਸੁਖ ਫਲ ਹਰ ਜਨ ਪਾਵਹੁ। ਤੇ ਬਾਕੀ ਦੇ ਰਹਿੰਦੇ ਸਿੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਪੁੱਛਿਆ, ਮਹਾਰਾਜ ਸਾਡੇ ਤੇ ਕਿਵੇਂ ਕਿਰਪਾ ਹੋਵੇਗੀ? ਉਹਨਾਂ ਨੂੰ ਇਹੀ ਜਵਾਬ ਦਿੰਦੇ ਹਨ, ਕਹਿੰਦੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ। ਹਰੀ ਦਾ ਨਾਮ ਜਪੋ ਗੁਰਮੁਖੋ, ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰੇਗਾ। ਹਰ ਪ੍ਰਭ ਕਿਰਪਾ ਕਰੇਗਾ ਵਾਹਿਗੁਰੂ ਕਿਰਪਾ ਤੁਹਾਡੇ ਉੱਤੇ ਰਹਿਮਤ ਕਰੇਗਾ। ਤੁਸੀਂ ਵੀ ਹਰ ਜਾਪੋ, ਨਾਮ ਜਪੋ, ਤਾਂ ਇਸ ਤਰ੍ਹਾਂ ਸੁਖ ਫਲ ਦੀ ਪ੍ਰਾਪਤੀ ਹੋਵੇਗੀ, ਨਾਮ ਦੀ ਪ੍ਰਾਪਤੀ ਹੋਵੇਗੀ। ਨਾਨਕ ਕਹੈ ਸੁਣੋ ਜਨ ਭਾਈ, ਸੁਖ ਸੋਹਿਲੜਾ ਹਰ ਧਿਆਵਹੁ। ਗੁਰੂ ਅਮਰਦਾਸ ਜੀ ਤੀਸਰੇ ਸਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਹਿੰਦੇ ਮੈਂ ਗੱਲ ਕਹਿੰਦਾ ਹਾਂ, ਇਹ ਜਨ ਭਾਈ, ਹੇ ਗੁਰਮੁਖੋ ਪਿਆਰਿਓ, ਇਸ ਤਰ੍ਹਾਂ ਜਿਹੜਾ ਸੁਖ ਸੋਹਿਲੜਾ, ਉਸ ਗੀਤ ਨੂੰ ਗਾਓ, ਪਰਮਾਤਮਾ ਦੇ ਗੀਤ ਨੂੰ, ਕਿਉਂਕਿ ਉਹਦੇ ਦਰ ਤੇ ਜਿਹੜੀ ਸਭ ਤੋਂ ਵੱਡੀ ਇਸ ਯੁੱਗ ਦੇ ਅੰਦਰ ਜਿਹੜੀ ਸਾਧਨਾ ਹੈ, ਉਹ ਸਭ ਤੋਂ ਹੈ ਗਾਉਣਾ। ਜਪਣਾ ਵੀ ਗਾਉਣ ਵਿੱਚ ਆ ਜਾਂਦਾ ਹੈ। ਇੱਕ ਹੁੰਦਾ ਬੱਧਾ ਚੱਟੀ ਕਰਨੀ, ਇੱਥੇ ਗਾਉਣ ਦਾ ਅਰਥ ਹੈ ਪਿਆਰ ਵਿੱਚ ਗਾਉਣਾ। ਜਿਵੇਂ ਆਪਾਂ ਨਾਮ ਗਾ ਕੇ ਜਪਣਿਆ, ਇੱਕ ਦੋ ਵਾਰੀ ਕਰੋ ਕਿਰਪਾ, ਸਾਰੇ ਜਪੀਏ ਪਿਆਰ ਦੇ ਨਾਲ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 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 ਗਾਵੀਐ ਸੁਣੀਐ ਮਨ ਰਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਜਿਹਨੂੰ ਗਾਉਣਾ ਉਸ ਸ਼ਬਦ ਨੂੰ ਹੀ ਸੁਣਨਾ ਤੇ ਮਨ ਵਿੱਚ ਪ੍ਰੇਮ ਰੱਖਣਾ। ਸਾਧਨਾ ਸਿੱਖੀ ਦੀ ਸੁਰਤ ਸ਼ਬਦ ਦਾ ਅਭਿਆਸ ਹੈ। ਇਸ ਲਈ ਕਹਿੰਦੇ ਨਾਨਕ ਕਹੈ ਸੁਣੋ ਜਨ ਭਾਈ, ਸੁਖ ਸੋਹਿਲੜਾ ਹਰਿ ਧਿਆਵੋ। ਹੇ ਗੁਰਸਿੱਖੋ, ਇਸ ਤਰ੍ਹਾਂ ਪਿਆਰ ਦੇ ਨਾਲ ਗਾਓ ਜੀ। ਸੁਣ ਹਰ ਗੁਣ ਪੀਨੇ ਸਹਿਜ ਸੁਭਾਏ। ਬੜੇ ਹੀ ਗੁਰਸਿੱਖ ਗੁਰੂ ਅਮਰਦਾਸ ਜੀ ਕਹਿੰਦੇ ਇਸ ਨਾਮ ਨੂੰ ਸੁਣ ਕੇ, ਹਰੀ ਦੇ ਗੁਣਾਂ ਨੂੰ ਸੁਣ ਕੇ। ਹਰੀ ਦੇ ਗੁਣ ਕਿੱਥੇ ਨੇ? ਗੁਰਬਾਣੀ ਦੇ ਵਿੱਚ। ਗੁਰਬਾਣੀ ਜਿਹੜੀ ਅਕਾਲ ਪੁਰਖ ਦਾ ਸੁਭਾਅ ਹੈ, ਹਿਰਦਾ ਹੈ, 10 ਪਾਤਸ਼ਾਹਾਂ ਦਾ ਹਿਰਦਾ ਹੈ। ਇਹ ਗੁਣ ਨੇ। ਔਰ ਜੋ ਗੁਰਬਾਣੀ ਹੈ, ਜੋ 10 ਗੁਰੂਆਂ ਦਾ ਸੁਭਾਅ ਹੈ, ਜਦੋਂ ਉਹ ਸੁਭਾਅ ਸਾਡੇ ਅੰਦਰ ਵੜ ਜਾਏਗਾ, ਸਾਡੇ ਸੁਭਾਅ ਨੂੰ ਫਿਰ ਕੱਢ ਦੇਗਾ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਤਾਂ ਉਹ ਜਿਹੜਾ ਇਸ ਤਰ੍ਹਾਂ ਫਿਰ ਭਿੱਜ ਜਾਏਗਾ ਜੀਵਨ। ਪੀਨੇ ਦਾ ਮੈਨੇ ਭਿੱਜ ਗਿਆ ਹੈ। ਉਹਨਾਂ ਕਈਆਂ ਗੁਰਮੁਖਾਂ ਦਾ ਇਸ ਤਰ੍ਹਾਂ ਬਾਣੀ ਦੇ ਨਾਲ, ਵਾਹਿਗੁਰੂ ਦੇ ਗੁਣਾਂ ਦੇ ਨਾਲ ਅਡੋਲਤਾ ਸਹਿਤ ਸਹਿਜ ਸੁਭਾਏ ਹੀ ਸਹਿਜ ਅਵਸਥਾ ਵਿੱਚ ਮਨ ਭਿੱਜਾ ਹੈ। ਗੁਰਮਤਿ ਸਹਿਜੇ ਨਾਮ ਧਿਆਏ। ਇਹ ਪ੍ਰਾਪਤੀ ਤਾਂ ਹੁੰਦੀ ਹੈ ਜੇ ਗੁਰੂ ਦੀ ਮੱਤ ਲੈ ਕੇ ਸਹਿਜ ਅਵਸਥਾ ਵਿੱਚ ਟਿਕ ਕੇ, ਭਾਵ ਗੁਰੂ ਤੇ ਭਰੋਸਾ ਕਰਕੇ ਨਾਮ ਧਿਆਏ। ਜੇ ਨਾਮ ਨੂੰ ਧਿਆਇਆ ਜਾਏ, ਗੁਰੂ ਦੇ ਮਾਰਗ ਤੇ ਚੱਲਿਆ ਜਾਏ, ਜਪਿਆ ਜਾਵੇ। ਜਿਨ ਕਉ ਧੁਰ ਲਿਖਿਆ ਤਿਨ ਗੁਰ ਮਿਲਿਆ, ਤਿਨ ਜਨਮ ਮਰਨ ਭਉ ਭਾਗਾ। ਇੱਥੇ ਹੁਣ ਇਹ ਕਿਹਨਾਂ ਨੂੰ ਪ੍ਰਾਪਤੀ ਹੋਈ? ਜਿਨ੍ਹਾਂ ਨੂੰ ਧੁਰੋਂ ਲਿਖਿਆ, ਧੁਰੋਂ ਅਕਾਲ ਪੁਰਖ ਦੇ ਦਰ ਤੋਂ। ਇੱਕ ਹੁੰਦਾ ਮਨੁੱਖ ਆਪ ਯਤਨ ਕਰਦਾ, ਉਹ ਵੀ ਕਰਨਾ ਬੜਾ ਜ਼ਰੂਰੀ ਹੈ। ਇੱਕ ਹੁੰਦਾ ਕਰਦਿਆਂ ਕਰਦਿਆਂ ਜਿਹੜੀ ਵੱਡੀ ਬਖਸ਼ਿਸ਼ ਹੈ ਨਾ, ਮੋਹਰ ਲੱਗਦੀ ਏ ਗੁਰੂ ਨਾਨਕ ਸਾਹਿਬ ਦੇ ਘਰੋਂ ਉੱਤੋਂ। ਧੁਰੋਂ ਲਿਖਿਆ ਜਾਂਦਾ ਵੀ ਹੁਣ ਇਹ ਬੰਦਾ ਪ੍ਰਵਾਨ ਹੋ ਗਿਆ, ਹੁਣ ਇਹਨੂੰ ਤੁਸੀਂ ਆਪਣੇ ਅਗਲੇ ਕੰਮ ਤੇ ਤੋਰ ਦਿਓ। ਫਿਰ ਉਹਨਾਂ ਨੂੰ ਗੁਰ ਮਿਲਿਆ। ਹੁਣ ਗੁਰੂ ਤੇ ਸਾਨੂੰ ਬਾਹਰੋਂ ਵੀ ਮਿਲੇ ਨੇ। ਆਪਾਂ ਅੰਮ੍ਰਿਤ ਛਕਿਆ, ਆਪਾਂ ਦਰਬਾਰ ਸਾਹਿਬ ਆਏ ਆ, ਮੱਥਾ ਟੇਕਿਆ, ਬਾਹਰੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ। ਇਹ ਫਿਰ ਹੋਰ ਕੋਈ ਗੁਰੂ ਮਿਲਿਆ? ਹੋਰ ਨਹੀਂ ਮਿਲਿਆ। ਫਿਰ ਪਤਾ ਲੱਗਾ ਜਿਸ ਗੁਰੂ ਨੂੰ ਤੂੰ ਬਾਹਰੋਂ ਮੱਥਾ ਟੇਕਦਾ ਸੀ, ਉਹਦੇ ਤੇਰੇ ਵਿੱਚ ਬੈਠਾ ਸੀ, ਤੂੰ ਬਾਹਰ ਤੁਰਿਆ ਫਿਰਦਾ ਸੀ। ਸੋਈ ਫਿਰ ਕਹਿ ਤੂੰ ਹੁਆ ਜਾਂ ਕੋ ਕਹਤਾ। ਔਰ ਉਹ ਜਿਹਨੂੰ ਤੂੰ ਬਾਹਰੋਂ ਸਾਰੀ ਉਮਰ ਮੱਥਾ ਟੇਕਦਾ ਰਿਹਾ, ਉਹ ਤੇਰੇ ਅੰਦਰ ਬਹਿ ਕੇ ਤੈਨੂੰ ਆਵਾਜ਼ਾਂ ਮਾਰਦਾ ਫਿਰਦਾ ਸੀ, ਪਰ ਤੈਨੂੰ ਅੰਦਰ ਆਉਣਾ ਹੀ ਭੁੱਲ ਗਿਆ। ਤੈਨੂੰ ਬਾਹਰ ਰਹਿਣ ਦੀ ਆਦਤ ਪੈ ਗਈ ਸਾਰੀ ਉਮਰ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਅੰਦਰ ਤੂੰ ਗਿਆ ਹੀ ਨਹੀਂ ਕਦੀ ਆਪਣੇ। ਤਾਂ ਉਹਨਾਂ ਨੂੰ ਅੰਦਰੋਂ ਗੁਰੂ ਸ਼ਬਦ ਦਾ ਪ੍ਰਕਾਸ਼ ਹੋ ਗਿਆ। ਤਾਂ ਉਹਨਾਂ ਦੇ ਫਿਰ ਜਨਮ ਮਰਨ ਦਾ ਜਿਹੜਾ ਡਰ ਸੀ ਖਤਮ ਹੋ ਗਿਆ ਹੈ। ਅੰਦਰੋਂ ਦੁਰਮਤ ਦੂਜੀ ਖੋਈ, ਸੋ ਜਨ ਹਰ ਲਿਵ ਲਾਗਾ। ਹੁਣ ਜਿਹੜੀ ਅੰਦਰੋਂ ਉਹਨਾਂ ਗੁਰਮੁਖਾਂ ਦੇ, ਜਿਨ੍ਹਾਂ ਨੂੰ ਅੰਦਰੋਂ ਸਤਿਗੁਰੂ ਜੀ ਪ੍ਰਾਪਤ ਹੋ ਗਏ ਨੇ,
ਜਿਹੜੀ ਦੁਰਮਤ ਦਵੈਤ ਵਾਲੀ ਮਤ ਹੈ, ਮਤ ਦਾ ਮੈਨੇ ਡਬਲ ਮਾਈਂਡਡ ਹੋਣਾ, ਯਾਨੀ ਕਿ ਉਧਰ ਵੀ ਜੁੜਨਾ, ਨਾਮ ਨਾਲ ਵੀ ਜੁੜਨਾ, ਪਰ ਪਿਛਲਾ ਸੰਸਾਰ ਜਿਹੜਾ ਉਹ ਖਹਿੜਾ ਨਹੀਂ ਛੱਡਦਾ। ਹੁਣ ਇਹ ਕੁਦਰਤੀ ਹੈ ਨਾ ਸਾਧ ਸੰਗਤ ਜੀ, ਤੇ ਕਈ ਜਨਮਾਂ ਵਿੱਚ ਰਹੇ ਹਾਂ ਆਪਾਂ, ਇੱਕ ਪਤਾ ਹੀ ਨਹੀਂ ਕਿੰਨੇ ਜਨਮਾਂ ਤੋਂ ਆਪਾਂ ਜਿਹੜੇ ਕੰਮ ਵਿੱਚ ਰਹੇ ਹਾਂ, ਤੇ ਇੱਕ ਨਵਾਂ ਆਪਾਂ ਅੱਜ ਸੁਣੀ ਗੱਲ ਗੁਰੂ ਦੀ, ਅੱਗੇ ਤੁਰੇ ਹਾਂ, ਉਹਨੇ ਪਿਛਲੇ ਨੇ ਸਾਨੂੰ ਪਰਤ ਕੇ ਪਿੱਛੇ ਖਿੱਚਣਾ ਹੈ, ਪਿੱਛੇ ਲੈ ਕੇ ਜਾਣਾ। ਇਹ ਕਸ਼ਮਕਸ਼ ਬੜਾ ਚਿਰ ਚੱਲਦੀ ਹੈ, ਇਹਦੇ ਚੋਂ ਨਿਕਲਣਾ ਗੁਰੂ ਦੀ ਕਿਰਪਾ ਤੋਂ ਬਿਨਾਂ ਮੁਮਕਿਨ ਨਹੀਂ ਹੈ। ਤਾਂ ਜਿਨ੍ਹਾਂ ਨੇ ਅੰਦਰੋਂ ਦੁਰਮਤ ਦੂਜੀ ਖੋਈ, ਦੁਰਮਤ ਦੂਜੀ ਮੈਨੇ ਜਿਹੜੀ ਬਿਰਤੀ ਦੇ ਵਿੱਚ ਪਿੱਛੇ ਦੀ ਭਾਵਨਾ ਬਣੀ ਰਹਿੰਦੀ। ਕਈ ਵਾਰੀ ਆਪਣਾ ਉੱਪਰਲਾ ਮਾਈਂਡ ਜਿਹੜਾ ਨਾ, ਸੁਚੇਤ ਮਨ ਜਿਹੜਾ ਉੱਪਰਲਾ, ਉਹ ਮੰਨ ਵੀ ਜਾਂਦਾ ਹੈ, ਗੱਲਾਂ ਸੁਣ ਵੀ ਲੈਂਦਾ। ਇਹ ਸਾਡੇ ਅੰਦਰ ਇੱਕ ਅਚੇਤ ਮਨ ਹੈ, ਅਨਕੌਂਸ਼ੀਅਸ ਮਾਈਂਡ, ਜਿਹੜਾ ਜੋ ਬੜਾ ਵੱਡਾ ਹੈ ਤੇ ਬੜੀ ਤਾਕਤ ਰੱਖਦਾ, ਉਹ ਫਿਰ ਢਾਹ ਲੈਂਦਾ ਉੱਪਰ ਵਾਲੇ ਮਨ ਨੂੰ। ਦੋ ਮਨ ਨੇ ਸਾਡੇ ਵਿੱਚ, ਵੈਸੇ ਸਾਇੰਸਦਾਨਾਂ ਨੇ ਹੁਣ ਦੇ ਮਨ ਦੇ ਕਈ ਹਿੱਸੇ ਕਰਤੇ ਮਾਈਂਡ ਦੇ, ਉਹ ਫਿਰ ਪਿੱਛੇ ਖਿੱਚ ਲੈਂਦਾ। ਪਰ ਜਿਨ੍ਹਾਂ ਤੇ ਗੁਰੂ ਸਾਹਿਬ ਨੇ ਇਹ ਉੱਪਰ ਵਾਲੀ ਕਿਰਪਾ ਕਰ ਦਿੱਤੀ, ਉਹਨਾਂ ਦੇ ਵਿੱਚੋਂ ਦੁਰਮਤ ਖਤਮ ਹੋ ਗਈ, ਤੇ ਉਹਨਾਂ ਦੀ ਲਿਵ ਜਿਹੜੀ ਇਹ ਸਤਿਗੁਰਾਂ ਦੇ ਚਰਨਾਂ ਦੇ ਨਾਲ ਇੱਕ ਰਸ ਜੁੜ ਗਈ ਹੈ। ਜਿਨ ਕਉ ਕਿਰਪਾ ਕੀਨੀ ਮੇਰੇ ਸੁਆਮੀ, ਤਿਨ ਅਨ ਦਿਨ ਹਰ ਗੁਣ ਗਾਏ। ਇਹ ਹੁਣ ਏਡੀ ਉੱਚੀ ਅਵਸਥਾ ਹੈ ਸਾਧ ਸੰਗਤ ਜੀ, ਜਿਨ੍ਹਾਂ ਦੇ ਉੱਪਰ ਮੇਰੇ ਸੱਚੇ ਪਾਤਸ਼ਾਹ ਨੇ ਹੁਣ ਕਿਰਪਾ ਕਰ ਦਿੱਤੀ ਹੈ। ਇਹ ਕਰਮ ਬਖਸ਼ਿਸ਼, ਜਦੋਂ ਬਖਸ਼ਿਸ਼ ਹੁੰਦੀ ਹੈ ਫਿਰ ਹੋਰ ਤਰ੍ਹਾਂ ਦਾ ਨਾਮ ਆਪਣੇ ਆਪ ਹੀ ਉਹ ਅੰਦਰ ਚੱਲਦਾ ਰਹਿੰਦਾ, ਉਹਨੂੰ ਫਿਰ ਜਪਣਾ ਨਹੀਂ ਪੈਂਦਾ, ਉਹ ਸੁਭਾਅ ਹੀ ਬਣ ਜਾਂਦਾ ਮਨੁੱਖ ਦਾ। ਉਹਦੇ ਅੰਦਰ ਲਗਾਤਾਰ ਇੱਕ ਬਾਰਿਸ਼ ਉਹਦੀ ਹੁੰਦੀ ਰਹਿੰਦੀ ਹੈ। ਇਹ ਕਿਰਪਾ ਜਿਨ੍ਹਾਂ ਗੁਰਮੁਖਾਂ ਤੇ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ, ਉਹ ਫਿਰ ਦਿਨ ਰਾਤ ਹਰੀ ਦੇ ਗੁਣ ਗਾਉਂਦੇ ਹਨ, ਸੁੱਤਿਆਂ ਉੱਠਦਿਆਂ, ਕੰਮ ਕਰਦਿਆਂ, ਖਾਂਦਿਆਂ ਪੀਂਦਿਆਂ। ਕੋਈ ਇਸ ਤਰ੍ਹਾਂ ਦਾ ਪਲ ਨਿਕਲਦਾ ਹੀ ਨਹੀਂ ਕਿ ਜਿਸ ਪਲ ਦੇ ਵਿੱਚ ਉਹਨਾਂ ਦੀ ਬਿਰਤੀ, ਕਿਉਂਕਿ ਲਿਵ ਕਹਿੰਦੇ ਹੀ ਉਹਨੂੰ ਨੇ, ਜਿਹੜੀ ਜਦੋਂ ਅੰਦਰੋਂ ਲੱਗ ਜਾਏ ਤੇ ਸਰੀਰ ਨਾਲ ਕੀਤੇ ਹੋਏ ਕਰਮਾਂ ਦਾ ਅੰਦਰ ਤੇ ਵਾਪਸ ਪ੍ਰਭਾਵ ਨਾ ਪਵੇ, ਬਾਹਰ ਵੱਖਰਾ ਹੋ ਜਾਏ, ਬਾਹਰੋਂ ਕੰਮਕਾਰ ਕਰਨਾ, ਸਰੀਰ ਨਾਲ ਕਰਨਾ, ਇਹ ਅਲੱਗ ਤੋਂ ਹੋ ਜਾਏ ਜ਼ਿੰਦਗੀ, ਪਰ ਜਿਹੜੀ ਅੰਦਰ ਉਹ ਇੱਕ ਅਲੱਗ ਤੋਂ ਚੱਲੀ ਜਾ ਰਹੀ ਹੈ। ਬੜੀ ਵੱਡੀ ਅਵਸਥਾ ਹੈ, ਅੰਦਰ ਖੇਡ ਵੱਖਰੀ ਬਣੀ ਹੋਈ ਹੈ, ਬਾਹਰ ਸਰੀਰ ਸੰਸਾਰ ਦੇ ਕੰਮ ਕਰੀ ਜਾ ਰਿਹਾ ਹੈ, ਉਹਨੂੰ ਲਿਵ ਕਹਿੰਦੇ ਨੇ। ਲਿਵ ਦੀ ਅਵਸਥਾ ਬੜੀ ਉੱਚੀ ਹੈ, ਤੇ ਉਹ ਜਿੰਨਾ ਚਿਰ ਉਹ ਲਿਵ ਨਹੀਂ ਆਉਂਦੀ ਉਹਨਾਂ ਚਿਰ ਇਹ ਵਿਚਾਰ ਹੀ ਰਹਿੰਦਾ ਹੈ। ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ। ਇਸ ਤਰ੍ਹਾਂ ਅਨਦਿਨ ਦਿਨ ਰਾਤ ਉਹਨਾਂ ਨੇ ਵਾਹਿਗੁਰੂ ਦੇ ਗੁਣ ਗਾਏ ਹਨ। ਸੁਣ ਮਨ ਭੀਨੇ ਸਹਿਜ ਸੁਭਾਏ। ਇਸ ਤਰ੍ਹਾਂ ਗੁਰਮੁਖਾਂ ਨੇ ਉਸ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਅੰਦਰੋਂ ਸੁਣ ਕੇ ਜੋ ਉਹਨਾਂ ਦਾ ਮਨ ਭਿੱਜ ਗਿਆ, ਤੇ ਸਹਿਜ ਸੁਭਾਏ ਹੀ ਅਡੋਲਤਾ ਦੇ ਵਿੱਚ, ਭਰੋਸੇ ਵਿੱਚ ਵਾਹਿਗੁਰੂ ਦੇ ਉਹਨਾਂ ਨੇ ਗੁਣ ਗਾਏ। ਇਹ ਤਾਂ ਅਵਸਥਾ ਬਣੀ ਹੈ। ਜੁਗ ਮਹਿ ਰਾਮ ਨਾਮ ਨਿਸਤਾਰਾ। ਇਸ ਯੁੱਗ ਦੇ ਵਿੱਚ ਜਿੱਥੇ ਹੁਣ ਅਸੀਂ ਯੁਗਾਂ ਦੀ ਆਪਣੀ ਗਿਣਤੀ ਕੀਤੀ ਹੈ ਵਿਦਵਾਨਾਂ ਨੇ, ਇਹਨੂੰ ਆਪਾਂ ਕਲਯੁਗ ਕਹਿ ਦਿੰਦੇ ਹਾਂ ਹੁਣ ਵਾਲੇ ਨੂੰ। ਇਹਦੇ ਵਿੱਚ ਪ੍ਰਧਾਨ ਕਰਮ ਕਿਹੜਾ ਹੈ? ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਹੋਰ ਬਾਣੀ ਦੇ ਬਚਨ ਪੜੋ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾਲ ਰਹਿਣਾ। ਤਾਂ ਇਹਦੇ ਵਿੱਚ, ਇਸ ਯੁੱਗ ਦੇ ਵਿੱਚ, ਇਸ ਸਮੇਂ ਦੇ ਵਿੱਚ ਜਿਹੜੀ ਰੁੱਤ ਹੈ, ਜਿਹੜੀ ਚੀਜ਼ ਨੂੰ ਬੀਜਣ ਦੀ ਰੁੱਤ ਹੁੰਦੀ ਹੈ, ਉਹ ਜ਼ਿਆਦਾ ਝਾੜ ਦਿੰਦੀ ਹੈ। ਕਰੁੱਤਾ ਬੀਜਿਆ ਹੋਇਆ ਫਲ ਕੰਮ ਨਹੀਂ ਦਿੰਦਾ। ਤਾਂ ਇਸ ਤਰ੍ਹਾਂ ਕਹਿੰਦੇ ਇਸ ਯੁੱਗ ਦੇ ਅੰਦਰ ਅਕਾਲ ਪੁਰਖ ਦੇ ਨਾਮ ਕਰਕੇ ਹੀ ਜ਼ਿੰਦਗੀ ਦਾ ਨਿਸਤਾਰਾ ਹੋ ਸਕਦਾ। ਧਰਮ ਦੇ ਮਾਰਗ ਦੇ ਉੱਤੇ ਉਚਾਈਆਂ ਤੱਕ ਜਾਇਆ ਜਾ ਸਕਦਾ ਹੈ। ਗੁਰ ਤੇ ਉਪਜੈ ਸ਼ਬਦ ਵਿਚਾਰਾ। ਜਿਨ੍ਹਾਂ ਦੀ ਬਿਰਤੀ ਗੁਰੂ ਦੇ ਘਰ ਦੇ ਵਿੱਚ ਉਪਜੈ, ਜਨਮ ਲੈ ਚੁੱਕੀ ਹੈ, ਜਿਨ੍ਹਾਂ ਦੇ ਅੰਦਰ ਨਵੀਂ ਜ਼ਿੰਦਗੀ ਜਿਨ੍ਹਾਂ ਦੇ ਵਿੱਚ ਜਨਮ ਲੈ ਚੁੱਕੀ ਹੈ, ਉਹ ਗੁਰੂ ਤੋਂ ਪੈਦਾ ਹੋਈ ਜ਼ਿੰਦਗੀ ਕਰਕੇ ਉਹਨਾਂ ਨੂੰ ਸ਼ਬਦ ਵਿਚਾਰਾ। ਹੁਣ ਸ਼ਬਦ ਵਿਚਾਰ ਤਾਂ ਆਪਾਂ ਸਾਰੇ ਹੀ ਕਰਨੇ ਆਪਣੀ ਆਪਣੀ ਪੱਧਰ ਤੇ, ਜਿਵੇਂ ਜਿਵੇਂ ਕਿਸੇ ਨੂੰ
ਬੁੱਧੀ ਦਿੱਤੀ ਅਕਾਲ ਪੁਰਖ ਨੇ। ਪਰ ਜਿਹੜੀ ਬਾਣੀ ਹੈ ਸਾਧ ਸੰਗਤ ਜੀ, ਇਹ ਬਾਣੀ ਦੀ ਵਿਚਾਰ ਤਾਂ ਗੁਰੂ ਸਾਹਿਬ ਸਿਰ ਤੇ ਹੱਥ ਰੱਖ ਕੇ ਕਰਾਉਣ ਤਾਂ ਇਹਦੀ ਵਿਚਾਰ ਹੋ ਸਕਦੀ, ਨਹੀਂ ਤੇ ਅਸੀਂ ਬਾਣੀ ਨੂੰ ਵੀ ਆਪਣੇ ਢੰਗ ਦੇ ਵਿੱਚ ਪਾ ਕੇ ਹਰ ਇੱਕ ਬੰਦਾ, ਅੱਜ ਖਾਸ ਤੌਰ ਤੇ ਇਹ ਬੜਾ ਰਿਵਾਜ ਚੱਲਿਆ ਹੋਇਆ ਹੈ ਕਿ ਮਨੁੱਖ ਕਿਉਂਕਿ ਹਉਮੈ ਦਾ ਸ਼ਿਕਾਰ ਹੈ, ਉਹ ਕਹਿੰਦਾ ਜੋ ਕੁਝ ਮੇਰੀ ਸੋਚ ਹੈ ਜਿਵੇਂ ਦੀ ਬਾਣੀ ਉਹ ਕਹਿੰਦੀ, ਮੈਂ ਦੂਸਰੀ ਗੱਲ ਨਹੀਂ। ਇਹ ਇੱਕ ਬਾਣੀ ਦੇ ਜਿਹੜਾ ਸਾਧ ਸੰਗਤ ਜੀ, ਹਰ ਇੱਕ ਗ੍ਰੰਥ ਦਾ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ। ਇਹ ਬਾਣੀ ਨੂੰ ਤੁਸੀਂ ਸਮਝਣਾ ਤੇ ਭਾਈ ਗੁਰਦਾਸ, ਭਾਈ ਨੰਦ ਲਾਲ ਤੇ ਭੱਟਾਂ ਨੂੰ ਤੁਹਾਨੂੰ ਸਮਝਣਾ ਪਏਗਾ, ਤਾਂ ਬਾਣੀ ਦੀ ਸਮਝ ਆਏਗੀ। ਇਹ ਗੁਰੂ ਤੋਂ ਪੈਦਾ ਹੁੰਦਾ ਹੈ। ਸ਼ਬਦ ਦੀ ਵਿਚਾਰ ਜਿਹੜੀ ਹੈ, ਗੁਰ ਸ਼ਬਦ ਵਿਚਾਰਾ RAM ਨਾਮ ਪਿਆਰਾ, ਜਿਸ ਕਿਰਪਾ ਕਰੇ ਸੋ ਪਾਏ। ਉਸ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਇਹ ਪਤਾ ਲੱਗਦਾ ਹੈ ਗੁਰਮੁਖਾਂ ਨੂੰ ਕਿ ਜੀਵਨ ਦਾ ਅਸਲੀ ਮਨੋਰਥ ਕੀ ਹੈ। ਹਰੀ ਦਾ ਨਾਮ ਹੀ ਸਭ ਤੋਂ ਉੱਤਮ ਹੈ ਸੰਸਾਰ ਦੇ ਅੰਦਰ। ਇਸ ਕਰਕੇ ਉਹਨਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਲੱਗਦਾ ਹੈ, ਹੋਰ ਕੋਈ ਚੀਜ਼ ਪਿਆਰੀ ਨਹੀਂ ਲੱਗਦੀ। ਜਿਵੇਂ ਸਾਨੂੰ ਸੰਸਾਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਪਿਆਰੀਆਂ ਲੱਗਦੀਆਂ ਹਨ, ਪਰ ਉਹ ਗੁਰਮੁਖ ਨੂੰ ਨਾਮ ਹੀ ਸਭ ਤੋਂ ਪਿਆਰਾ ਲੱਗਦਾ ਹੈ। ਸਹਜੇ ਗੁਣ ਗਾਵੇ ਦਿਨ ਰਾਤੀ, ਕਿਲ ਵਿਖ ਸਭ ਗਵਾਏ। ਇਸ ਤਰ੍ਹਾਂ ਸਹਿਜ ਸੁਭਾਏ ਹੀ ਭਾਵ ਮਨ ਦੀ ਇਕਾਗਰਤਾ ਟਿਕਾ ਦੇ ਨਾਲ ਉਹ ਦਿਨ ਰਾਤ ਅਕਾਲ ਪੁਰਖ ਦੇ ਗੁਣ ਗਾਉਂਦਾ ਰਹਿੰਦਾ। ਉਹਦੇ ਅੰਦਰ ਇੱਕ ਬਿਨਾਂ ਯਤਨ ਤੋਂ ਹੀ ਇੱਕ ਕੀਰਤਨ ਚੱਲਦਾ ਰਹਿੰਦਾ ਹੈ। ਭਾਵੇਂ ਕੀਰਤਨ ਨਹੀਂ ਉਹ ਕੀਰਤਨ ਕਰਦਾ, ਕੀਰਤਨੀਆ ਨਹੀਂ, ਪਰ ਇੱਕ ਗੀਤ ਉਹਦੇ ਅੰਦਰ ਗੂੰਜਦਾ ਰਹਿੰਦਾ। ਉਹ ਦਿਨ ਰਾਤ ਜੁੜਿਆ ਰਹਿੰਦਾ ਹੈ। ਤਾਂ ਜਿਹਦੇ ਕਰਕੇ ਉਹਦੇ ਅੰਦਰੋਂ ਜਿਹੜਾ ਸਾਧ ਸੰਗਤ ਜੀ ਕਿਲ ਵਿਖ, ਪੁਰਾਣੇ ਕੀਤੇ ਹੋਏ ਜਿਹੜੇ ਵਿਖ ਪਾਪਾਂ ਦੇ ਜਿਹੜੀਆਂ ਜੜ੍ਹਾਂ ਸਨ, ਉਹ ਗਵਾਏ, ਪੁੱਟੀਆਂ ਜਾਂਦੀਆਂ, ਖਤਮ ਹੋ ਜਾਂਦੀਆਂ ਹਨ। ਸਭ ਕੋ ਤੇਰਾ ਤੂੰ ਸਭਨਾ ਕਾ, ਹਉ ਤੇਰਾ ਤੂੰ ਹਮਾਰਾ। ਉਸ ਅਵਸਥਾ ਵਿੱਚ ਜਾ ਕੇ ਗਿਆਨ ਪ੍ਰਗਟ ਹੁੰਦਾ, ਦਿਵ ਦ੍ਰਿਸ਼ਟੀ ਦੇ ਵਿੱਚ ਪਤਾ ਲੱਗਦਾ ਕਿ ਹੇ ਸੱਚੇ ਪਾਤਸ਼ਾਹ, ਆਪ ਜੀ ਤਾਂ ਸਾਰਿਆਂ ਦੇ ਹੋ, ਤੁਸੀਂ ਸਾਰਿਆਂ ਦੇ ਹੋ, ਮੈਂ ਤੇਰਾ ਹਾਂ ਤੇ ਤੂੰ ਸਾਡਾ ਹੈ। ਭਾਵ ਸਭ ਕੁਝ ਇੱਕੋ ਹੀ ਹੈ, ਇੱਕ ਹੀ ਸਭ ਥਾਂ ਤੇ ਵਰਤ ਰਿਹਾ ਹੈ। ਜੁਗ ਮਹਿ RAM ਨਾਮ ਨਿਸਤਾਰਾ। ਇਸ ਯੁੱਗ ਦੇ ਅੰਦਰ ਜੋ ਹੁਣ ਸਮਾਂ ਚੱਲਦਾ ਹੈ, ਇਹਦੇ ਵਿੱਚ ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ। ਇੱਕ ਨਾਮ ਹੀ ਮਨ ਨੂੰ ਟਿਕਾ ਸਕਦਾ ਹੈ ਗੁਰੂ ਤੋਂ ਪ੍ਰਾਪਤ ਕਰਕੇ ਜੇ ਜਪੀਏ ਤਾਂ। ਸਾਜਨ ਆਏ ਬੁੱਠੇ ਘਰ ਮਾਹੀ। ਇਹ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਕਿ ਗੁਰਮੁਖਾਂ ਦੇ ਜੀਵਨ ਦੇ ਵਿੱਚ ਸਾਜਣ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਆਣ ਵਸੇ ਹਨ, ਆਪ ਪ੍ਰਗਟ ਹੋ ਗਏ ਹਨ। ਇਹ ਕਿਰਪਾ ਹੈ, ਚੌਥਾ ਸ਼ੰਤ ਹੈ, ਜਿਹਦੇ ਵਿੱਚ ਉੱਪਰਲੀ ਮੰਜ਼ਲ ਤੇ ਜਾ ਕੇ ਗੱਲ ਕਹੀ ਗਈ ਕਿ ਉੱਪਰਲੀ ਮੰਜ਼ਲ ਤੇ ਜਾ ਕੇ ਜਿੱਥੇ ਅਕਾਲ ਪੁਰਖ ਹੈ ਤੇ ਸਾਰਿਆਂ ਦੇ ਅੰਦਰ, ਪ੍ਰਗਟ ਸਾਰਿਆਂ ਦੇ ਵਿੱਚ ਨਹੀਂ ਹੈ। ਸਾਧ ਸੰਗਤ ਜੀ, ਇਹ ਗੱਲ ਅਸੀਂ ਇਹ ਸਚਾਈ ਹੈ ਕਿ ਸਾਰਿਆਂ ਦੇ ਵਿੱਚ ਨਿਵਾਸ ਹੈ ਅਕਾਲ ਪੁਰਖ ਦਾ, ਪਰ ਨਿਵਾਸ ਸਾਰਿਆਂ ਦੇ ਵਿੱਚ ਹੈ, ਪ੍ਰਗਟ ਸਾਰਿਆਂ ਦੇ ਵਿੱਚ ਨਹੀਂ ਹੈ। ਪ੍ਰਗਟ ਉਹਨਾਂ ਦੇ ਵਿੱਚ ਹੋਇਆ ਗੁਰ ਸਾਖੀ ਜੋਤ ਪ੍ਰਗਟ ਹੋਏ। ਤਾਂ ਇਸ ਤਰ੍ਹਾਂ ਗੁਰਮੁਖਾਂ ਦੇ ਅੰਦਰ ਜਿਹੜੇ ਸੱਜਣ ਅਕਾਲ ਪੁਰਖ ਵਾਹਿਗੁਰੂ ਆਣ ਵਸੇ ਹਨ। ਹਰ ਗੁਣ ਗਾਵਹਿ ਤ੍ਰਿਪਤ ਅਗਾਹੀ। ਇਸ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਹਰੀ ਦੇ ਗੁਣ ਸਦਾ ਹੀ ਗਾਉਂਦੇ ਰਹਿੰਦੇ ਹਨ। ਉੱਥੇ ਪਤਾ ਹੀ ਉੱਥੇ ਜਾ ਕੇ ਲੱਗਦਾ ਵੀ ਹੋਰ ਕੋਈ ਕੰਮ ਦਾ ਹੈ ਹੀ ਨਹੀਂ, ਗੁਣ ਗਾਉਣ ਤੋਂ ਬਿਨਾਂ ਹੋਰ ਕੋਈ ਕੰਮ ਲਾਹੇ ਦਾ ਹੈ ਹੀ ਨਹੀਂ। ਉੱਥੇ ਜਾ ਕੇ ਪਤਾ ਲੱਗਦਾ। ਉੱਥੇ ਸਾਧ ਸੰਗਤ ਜੀ ਇਹ ਪਤਾ ਲੱਗਦਾ, ਫਿਰ ਉਹ ਹਰ ਗੁਣ ਸਦ ਹੀ ਆਖ ਵਿਖਾਣਾ ਹੈ। ਹੋਰ ਕੋਈ ਕੰਮ ਹੈ ਹੀ ਕਿਸੇ ਕੰਮ ਦਾ ਨਹੀਂ। ਜਿਹਨੂੰ ਅਸੀਂ ਬਹੁਤ ਜ਼ਰੂਰੀ ਕੰਮ ਸਮਝਿਆ ਹੋਇਆ ਹੈ, ਇਹ ਕੰਮ ਓਨੇ ਜ਼ਰੂਰੀ ਨਹੀਂ। ਜਿਹੜਾ ਸਭ ਤੋਂ ਜ਼ਰੂਰੀ ਕੰਮ ਹੈ ਉਹਨੂੰ ਅਸੀਂ ਅਣਗੌਲਿਆਂ ਕੀਤਿਆ ਹੋਇਆ ਵਾਹਿਗੁਰੂ ਦੇ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸੋ ਸਾਧ ਸੰਗਤ ਜੀ, ਇੱਥੇ ਮਹਾਰਾਜ ਕਹਿੰਦੇ ਉਹ ਸਹਿਜ ਸੁਭਾਏ ਹੀ ਹਰੀ ਦੇ ਗੁਣ ਗਾਉਂਦੇ ਰਹਿੰਦੇ ਹਨ ਔਰ ਸਦਾ ਆਨੰਦ ਦੇ ਵਿੱਚ ਖੇੜੇ ਰਹਿੰਦੇ ਹਨ। ਤ੍ਰਿਪਤ ਅਗਾਹੀ, ਤ੍ਰਿਪਤ ਮੈਨੇ ਤ੍ਰਿਪਤ ਹੋ ਜਾਣਾ, ਰੱਜ ਜਾਣਾ।
ਅਗਾਈ ਮੈਨੇ ਪੂਰੀ ਤਰ੍ਹਾਂ ਰੱਜ ਜਾਣਾ, ਅਗਾ ਜਾਣਾ, ਟਿਕ ਜਾਣਾ। ਹਰ ਗੁਣ ਗਾਏ ਸਦਾ ਤ੍ਰਿਪਤਾਸੀ, ਫਿਰ ਭੂਖ ਨ ਲਾਗੈ ਆਏ। ਅਕਾਲ ਪੁਰਖ ਦੇ ਗੁਣ ਗਾਉਣ ਕਰਕੇ ਉਹਨਾਂ ਦੇ ਵਿੱਚ ਇੱਕ ਵੱਡੀ ਜਿਹੜੀ ਸੰਤੁਸ਼ਟੀ ਪੈਦਾ ਹੁੰਦੀ ਹੈ। ਮਨ ਇੰਨਾ ਰੱਜ ਜਾਂਦਾ ਹੈ, ਮਨ ਇੰਨੀ ਉੱਚੀ ਅਵਸਥਾ ਦੇ ਵਿੱਚ ਟਿਕ ਜਾਂਦਾ ਹੈ ਕਿ ਉਹਦੇ ਵਿੱਚ ਸਦਾ ਤ੍ਰਿਪਤ ਰਹਿੰਦੇ ਹਨ। ਪਰਤ ਕੇ ਉਹਨਾਂ ਨੂੰ ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗਦੀ, ਉਹਨਾਂ ਦੇ ਅੰਦਰ ਕਦੀ ਸੰਸਾਰ ਦੀ ਭੁੱਖ ਨਹੀਂ ਲੱਗਦੀ, ਕਿਸੇ ਚੀਜ਼ ਦੀ ਵੀ ਭੁੱਖ ਉਹਨਾਂ ਨੂੰ ਛੂੰਹਦੀ ਨਹੀਂ ਹੈ। ਦਹਿ ਦਿਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਧਿਆਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਹਰੀ ਦਾ ਜਨ ਹੈ ਨਾ, ਹਰੀ ਦੇ ਜਨ ਦੀ ਗੱਲ ਹੋ ਰਹੀ ਹੈ। ਇਹ ਪੰਕਤੀ ਕੋਈ ਆਮ ਬੰਦਾ ਵੀ ਆਪਣੇ ਨਾਲ ਜੋੜ ਕੇ ਕਹਿ ਸਕਦਾ ਹੈ, ਕਿਉਂਕਿ ਇਹਦੇ ਵਿੱਚ ਕਿਹਾ ਕਿ ਹਰੀ ਦੇ ਜਨ ਦੀ ਚੌਵਾਂ ਪਾਸੇ 10 ਦਿਸ਼ਾਵਾਂ ਵਿੱਚ ਪੂਜਾ ਹੁੰਦੀ। ਸਾਡਾ ਮਨ ਹੈ, ਹੁਣ ਜਿੱਥੇ ਪੂਜਾ ਹੁੰਦੀ ਹੋਵੇ ਮਨ ਉਹਦੇ ਉਸ ਪੰਕਤੀ ਨੂੰ ਆਪਣੇ ਨਾਲ ਜੋੜ ਹੀ ਲੈਂਦਾ ਹੈ ਨਾ, ਵੀ ਜੇ ਮੈਂ ਵੀ ਉਹ ਹਰੀ ਦਾ ਜਨ ਬਣ ਜਾ। ਪਰ ਹਰੀ ਦੇ ਜਨ ਦੇ ਜਿਹੜੇ ਗੁਣ ਨੇ ਉਹ ਬਾਣੀ ਵਿੱਚ ਲਿਖੇ ਹੋਏ ਨੇ। ਪਰ ਇਹ ਵੀ ਖੰਡਨ ਕਰਨਾ ਕਿ ਹਰੀ ਦਾ ਜਨ ਕੋਈ ਨਹੀਂ ਹੁੰਦਾ, ਸਾਰੇ ਲੋਕ ਇੱਕੋ ਜਿਹੇ ਹੁੰਦੇ ਨੇ, ਇਹ ਵੀ ਗੁਰਮਤਿ ਤੋਂ ਅਣਜਾਣ ਲੋਕ, ਅਗਿਆਨੀ ਲੋਕ ਕਹਿੰਦੇ ਨੇ, ਜਿਹੜੇ ਕਹਿੰਦੇ ਸਾਰੇ ਮਨੁੱਖ ਇੱਕੋ ਜਿਹੇ ਨੇ। ਮਨੁੱਖ 5 ਤੱਤਾਂ ਦੇ ਤੌਰ ਤੇ ਇੱਕੋ ਜਿਹੇ ਬਣਾਏ ਨੇ ਪਰਮਾਤਮਾ ਨੇ, ਪਰ ਅੰਦਰ ਦੀ ਜਿਹੜੀ ਉਹਨਾਂ ਦੀ ਅਵਸਥਾ ਹੈ ਉਹਦੇ ਵਿੱਚ ਬਹੁਤ ਭਾਰਾ ਅੰਤਰ ਹੈ। ਜਗ ਮੈਂ ਉੱਤਮ ਕਾਢੀਐ ਵਿਰਲੇ ਕਈ ਕੇ, ਫਿਰ ਇਹ ਸਿਧਾਂਤ ਅਸੀਂ ਪੜ੍ਹੇ ਹੀ ਨਹੀਂ ਜਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਜਦੋਂ ਅਸੀਂ ਕਹਿੰਦੇ ਹਾਂ ਜਿਵੇਂ ਦੇ ਬਾਬਾ ਬੁੱਢਾ ਸਾਹਿਬ ਨੇ ਉਵੇਂ ਦੇ ਅਸੀਂ ਹਾਂ, ਇਹਦਾ ਮਤਲਬ ਹੈ ਅਸੀਂ ਐਵੇਂ ਕਿਰਪਾਨ ਚੁੱਕੀ ਫਿਰਨੇ, ਹੋਰ ਤੇ ਕੋਈ ਗੱਲ ਹੈ ਨਹੀਂ ਸਾਡੇ ਕੋਲ। ਬਾਣੀ ਨੂੰ ਧਿਆਨ ਨਾਲ ਪੜ੍ਹੋ, ਜਿਹੜੀ ਜੋ ਵਿਸ਼ੇਸ਼ ਜਿਹੜਾ ਹੈ ਖਾਸੀਅਤ ਹੈ ਜਿਹੜੀ ਮਨੁੱਖ ਦੇ ਅੰਦਰ, ਜਿਹਦੀ ਕਮਾਈ ਵੱਡੀ ਹੈ ਸਾਧ ਸੰਗਤ ਜੀ, ਉਹਦੇ ਜੀਵਨ ਦੀਆਂ ਵਿਸ਼ੇਸ਼ਤਾਵਾਂ ਵੀ ਜ਼ਿਆਦੀਆਂ ਨੇ। ਉਹਦੀ 10 ਦਿਸ਼ਾਵਾਂ ਦੇ ਵਿੱਚ ਪੂਜਾ ਵਡਿਆਈ ਹੁੰਦੀ ਹੈ, ਉਹਦੀ ਚੌਵਾਂ ਪਾਸੇ, ਕਿਉਂਕਿ ਉਹ ਗੁਰਮਤਿ ਦੇ ਕਾਰਜ ਕਰਦਾ ਹੈ। ਇਹਦੇ ਵਿੱਚ ਇੱਕ ਛੋਟੀ ਜਿਹੀ ਬੇਨਤੀ ਕਰਦਿਆਂ ਸਮਾਪਤੀ ਤੋਂ ਪਹਿਲਾਂ ਕਿ ਸਾਰੇ ਧਰਮ ਆਪੋ ਆਪਣਾ ਨਵਾਂ ਸਾਲ ਮਨਾਉਂਦੇ ਨੇ। ਆਪਾਂ ਕਿਉਂਕਿ ਅੰਗਰੇਜ਼ ਨੇ ਸਾਰੀ ਦੁਨੀਆ ਵਿੱਚ ਆਪਣੀ ਮਿਹਨਤ ਦੇ ਨਾਲ ਕਹਿ ਲਓ, ਜਿਵੇਂ ਕਹਿ ਲਓ, ਉਹਨਾਂ ਨੇ ਆਪਣੀ ਛਾਪ ਪਾਈ ਦੁਨੀਆ ਤੇ ਸਾਰੇ ਲੋਕ 1 ਜਨਵਰੀ ਨੂੰ ਕਹਿੰਦੇ ਵੀ ਨਵਾਂ ਸਾਲ ਹੈ। ਪਹਿਲਾਂ ਹੀ ਰੌਲਾ ਪੈਣਾ ਸ਼ੁਰੂ ਹੋ ਜਾਂਦਾ, ਪਹਿਲਾਂ ਹੀ 7-7 ਦਿਨ ਛੁੱਟੀਆਂ ਹੋ ਜਾਂਦੀਆਂ ਔਰ ਸਾਰੀ ਦੁਨੀਆ ਤੇ ਉਹਦਾ ਅਸਰ ਪੈਂਦਾ ਹੈ, ਜਲਾਓ ਕਰਦੇ ਨੇ, ਉਹ ਪ੍ਰਗਟਾਵਾ ਕਰਦੇ। ਪਰ ਆਪਣਾ ਮੈਂ ਬੇਨਤੀ ਕਰਨੀ ਚਾਹੁੰਦਾ ਇੱਥੇ ਵੀ, ਤੇ ਜਿੰਨੇ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਸੁਣ ਰਹੇ ਨੇ, ਵੀ ਉਹ ਜਿਹੜੀ ਪਰਸੋਂ 14 ਤਰੀਕ ਦੀ ਇੱਕ ਚੇਤ ਹੈ, ਉਦਣ ਸਾਡਾ ਨਵਾਂ ਸਾਲ ਨਾਨਕਸ਼ਾਹੀ ਸੰਮਤ ਦਾ ਜਿਹੜਾ ਹੈ ਨਵਾਂ ਸਾਲ 14 ਜਿਹੜੀ ਹੈ ਤਰੀਕ ਹੈ 14 ਮਾਰਚ ਨੂੰ ਚੜ੍ਹਨਾ ਹੈ। ਤਾਂ ਉਹਦੇ ਬਾਰੇ ਗ੍ਰੰਥੀ ਸਿੰਘਾਂ ਨੂੰ ਸਾਰਿਆਂ ਨੂੰ ਤੇ ਹੋਰ ਪ੍ਰਚਾਰਕ ਸਿੰਘਾਂ ਨੂੰ ਚਰਨਾਂ ਵਿੱਚ ਬੇਨਤੀ ਹੈ ਵੀ ਇਹਨੂੰ ਥੋੜਾ ਇਹਦਾ ਪ੍ਰਚਾਰ ਸ਼ੁਰੂ ਕਰੋ। 8-10 ਦਿਨ ਪਹਿਲਾਂ ਪ੍ਰਚਾਰ ਹੋਣਾ ਚਾਹੀਦਾ, ਤਾਂ ਪਤਾ ਲੱਗੇਗਾ ਸਾਡਾ ਧਰਮ ਕਿੱਥੋਂ ਸ਼ੁਰੂ ਹੋਇਆ। ਸਾਨੂੰ ਇਹ ਵੀ ਨਹੀਂ ਪਤਾ ਸਾਡਾ ਧਰਮ 500 ਸਾਲ ਤੋਂ ਸ਼ੁਰੂ ਹੋਇਆ, ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ। ਇਹਦਾ ਇਹੀ ਕਾਰਨ ਹੈ, ਬਾਕੀ ਉਪਦੇਸ਼ ਆਪਾਂ ਬਾਣੀ ਦੀ ਕਮਾਉਣੇ ਹਨ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਸ ਤਰ੍ਹਾਂ ਹਰੀ ਦੇ ਜਨ ਦਾ ਚੌਵਾਂ ਪਾਸੇ ਜਿਹੜੀ ਹੈ ਉਹਦੀ ਵਡਿਆਈ ਹੁੰਦੀ ਹੈ। ਨਾਨਕ ਹਰਿ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ। ਇਹ ਪੰਕਤੀ ਧਿਆਨ ਨਾਲ ਸੁਣਨ ਵਾਲੀ, ਗੁਰੂ ਅਮਰਦਾਸ ਜੀ ਕਹਿੰਦੇ ਹਨ ਹਰ ਆਪੇ ਜੋੜ। ਇਹ ਜੋ ਉੱਤੇ ਦਾਤਾਂ ਦਿੱਤੀਆਂ ਨੇ, ਹਰੀ ਆਪ ਹੀ ਗੁਰੂ ਦੇ ਰੂਪ ਵਿੱਚ ਆਪਣੇ ਸਿੱਖ ਨੂੰ ਆਪਣੇ ਚਰਨਾਂ ਨਾਲ ਜੋੜਦਾ। ਤੇ ਵਿਛੋੜੇ ਦਾ ਮਤਲਬ ਜਿਹੜੇ ਸੰਸਾਰ ਦੇ ਵਿੱਚ ਉਹ ਬੜੇ ਚਿਰ ਦਾ ਫਸਿਆ ਹੋਇਆ ਸੀ, ਉਹਦੇ ਤੋਂ ਵਿਛੋੜਾ ਦੂਰ ਕਰ ਦਿੰਦਾ ਉਹਨੂੰ। ਨਾਨਕ ਹਰ ਆਪੇ ਜੋੜ ਵਿਛੋੜੇ, ਉਧਰੋਂ ਵਿਛੋੜ ਦਿੰਦਾ, ਖਿੱਚ ਲੈਂਦਾ ਆਪਣੇ ਵੱਲ, ਤੇ ਆਪਣੇ ਚਰਨਾਂ ਨਾਲ ਆਪ ਹੀ ਜੋੜ ਲੈਂਦਾ। ਤਾਂ ਹਰੀ ਤੋਂ ਬਿਨਾਂ ਇਹ ਕੰਮ ਕੋਈ ਕਰਨ ਵਾਲਾ ਨਹੀਂ ਹੈ। ਸਾਜਨ ਆਏ ਬੁੱਠੇ ਘਰ ਮਾਹੀ। ਐਸੇ ਗੁਰਮੁਖਾਂ ਦੇ ਘਰ ਦੇ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਜਣ ਅਕਾਲ ਪੁਰਖ ਜੀ ਆਣ ਵਸੇ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਹਦੇ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਕਮਾਉਣ ਦਾ ਹੁਕਮ ਦੇ ਰਹੇ ਨੇ। ਸੋ ਸਾਰੀ ਸੰਗਤ ਦਾ, ਆਪ ਜੀ ਦਾ, ਸਤਿਗੁਰੂ ਜੀ ਦਾ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ। ਆਓ
ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਨਾਨਕ ਹਰਿ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ। ਸਾਜਨ ਆਏ ਉਠੇ ਘਰ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।